ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ, ਹਰ ਇੱਕ ਨੂੰ ਦੱਸਣਾ। ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਜੇ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 133 ਦੇ ਉੱਪਰ ਅੰਕਿਤ ਮਾਝ ਰਾਗ ਦੇ ਵਿੱਚ 12 ਮਾਹ ਨਾਮ ਦੀ ਬਾਣੀ ਸ਼ੁਰੂ ਹੋ ਰਹੀ ਹੈ, ਜਿਹੜੀ ਕਿ ਆਮ ਤੌਰ ਤੇ ਜਦੋਂ ਵੀ ਦੇਸੀ ਮਹੀਨੇ ਦੀ ਜੋ ਬਿਕਰਮੀ ਸੰਮਤ ਅਨੁਸਾਰ ਜਾਂ ਚੰਦਰਮਾ ਦੇ ਹਿਸਾਬ ਤੇ ਜੋ ਮਹੀਨਾ ਚੜ੍ਹਦਾ ਹੈ, ਤੇ ਜਿਸ ਦਿਨ ਮਹੀਨਾ ਸ਼ੁਰੂ ਹੁੰਦਾ ਹੈ ਉਸ ਦਿਨ ਤਕਰੀਬਨ ਇਸ 12 ਮਾਹਾਂ ਦੇ ਵਿੱਚੋਂ ਉਸ ਮਹੀਨੇ ਦੀ ਵਿਆਖਿਆ ਗੁਰੂ ਘਰਾਂ ਵਿੱਚ ਹੁੰਦੀ ਹੈ। ਬੰਬੇ ਅੰਦਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖਾਰ, ਉੱਥੇ ਸੰਨ 2000 ਦੇ ਵਿੱਚ ਇੱਕ ਉਦਮ ਕੀਤਾ ਗਿਆ ਸੀ ਕਿ ਇੱਕ ਟਾਈਮ ਤੇ 12 ਮਾਹ ਮਾਝ ਵਿੱਚ ਹੋ ਜਾਵੇ, ਇੱਕ ਟਾਈਮ ਤੇ ਤੁਖਾਰੀ ਰਾਗ ਵਿੱਚ ਹੋ ਜਾਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1107 ਅੰਗ ਦੇ ਉੱਪਰ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ 12 ਮਾਹ ਵੀ ਹੈ। ਪਰ ਆਮ ਤੌਰ ਤੇ ਪਰੰਪਰਾ ਦੇ ਤੌਰ ਤੇ ਇਹੀ ਜੋ ਗੁਰੂ ਘਰਾਂ ਵਿੱਚ ਪੜ੍ਹੀ ਜਾਂਦੀ ਹੈ। ਤੋ ਖੈਰ, ਸ਼ੁਰੂ ਹੋ ਰਹੀ ਹੈ। ਆਓ ਸਿੱਖਣ ਦਾ ਯਤਨ ਕਰੀਏ ਜੀ। 12 ਮਾਹ ਮਾਝ ਮਹੱਲਾ ਪੰਜਵਾਂ, ਘਰ ਚੌਥਾ। ਸੂਰਜ ਦੇ ਦੁਆਲੇ ਧਰਤੀ ਘੁੰਮਦੀ ਹੈ। ਇੱਕ ਘੁੰਮਦੀ ਹੋਈ, ਜਿਵੇਂ ਕੋਈ ਬਾਲ ਨੂੰ ਵਾਲੀਬਾਲ ਖੇਡਦੇ ਆ ਤੇ ਜਿਹੜੀ ਬਾਲ ਹੈ ਉਹਨੂੰ ਹਿੱਟ ਕੀਤਾ ਜਾਂਦਾ ਹੈ, ਤੇ ਉਹ ਘੁੰਮਦੀ ਘੁੰਮਦੀ ਜਾਂਦੀ ਹੈ, ਤੇ ਉਹ ਜਿਹੜੀ ਐਂ ਘੁੰਮਦੀ ਹੈ ਉਹ 24 ਘੰਟਿਆਂ ਵਿੱਚ ਆਪਣੇ ਧੁਰੇ ਦੁਆਲੇ ਘੁੰਮ ਜਾਂਦੀ ਹੈ, ਜਿਹਦੇ ਨਾਲ ਇੱਕ ਦਿਨ ਤੇ ਰਾਤ ਬਣਦਾ। ਕਿਉਂਕਿ ਜਦੋਂ ਉਹ ਘੁੰਮਦੀ ਹੋਈ, ਜਿਹੜਾ ਪਾਸਾ ਸੂਰਜ ਵਾਲੇ ਪਾਸੇ ਹੁੰਦਾ ਉਧਰ ਦਿਨ ਹੁੰਦਾ ਹੈ, ਤੇ ਜਿਹੜਾ ਪਾਸਾ ਸੂਰਜ ਤੋਂ ਆਪੋਜਿਟ ਹੁੰਦਾ ਉਧਰ ਰਾਤ ਹੁੰਦੀ ਹੈ। ਇਦਾਂ ਉਹ ਘੁੰਮਦੀ ਹੈ 24 ਘੰਟਿਆਂ 'ਚ ਪੂਰਾ ਆਪਣੇ ਧੁਰੇ ਦੁਆਲੇ ਘੁੰਮ ਜਾਂਦੀ ਹੈ, ਤੇ ਨਾਲ ਨਾਲ ਉਹ ਇਦਾਂ ਘੁੰਮਦੀ ਘੁੰਮਦੀ ਉਹ ਜਾਂਦੀ ਹੈ ਸੂਰਜ ਦੇ ਦੁਆਲੇ ਚੱਕਰ ਲਾਉਂਦੀ ਹੈ। ਤੇ ਇਹ 364 ਦਿਨ ਤੇ 6 ਮਹੀਨੇ ਲੱਗਦੇ ਨੇ। ਇਸੇ ਕਰਕੇ 4 ਮਹੀਨਿਆਂ ਬਾਅਦ ਉਹ ਜਿਹੜੇ 6 ਘੰਟੇ ਉੱਪਰ ਲੱਗਦੇ ਨੇ, 4 ਮਹੀਨਿਆਂ ਬਾਅਦ ਇੱਕ ਦਿਨ ਵਧਾ ਦਿੱਤਾ ਜਾਂਦਾ। 4 ਸਾਲਾਂ ਬਾਅਦ, 4 ਸਾਲਾਂ ਬਾਅਦ ਫਰਵਰੀ ਦਾ ਇੱਕ ਮਹੀਨਾ, ਇੱਕ ਦਿਨ ਵਧਾ ਦਿੱਤਾ ਜਾਂਦਾ ਹੈ, 29 ਫਰਵਰੀ ਕਰ ਦਿੱਤੀ ਜਾਂਦੀ ਹੈ, ਤਾਂ ਕਿ ਉਹ ਜਿਹੜੇ 6 ਘੰਟੇ ਉੱਪਰ ਲੱਗ ਰਹੇ ਨੇ ਉਹ ਕੰਪਲੀਟ ਕੀਤੇ ਜਾਣ। ਤਾਂ ਇਹ ਜੋ ਇੱਕ ਸਾਲ ਦੇ ਵਿੱਚ ਧਰਤੀ ਘੁੰਮਦੀ ਹੈ, ਇਹਦੇ ਨਾਲ ਨਾਲ ਰੁੱਤਾਂ ਬਦਲਦੀਆਂ ਨੇ। ਇਹ ਰੁੱਤਾਂ ਨੇ, ਹਰ ਰੁੱਤ ਸ਼ੁਰੂ ਹੁੰਦੀ ਹੈ, ਸਿਖਰ ਤੇ ਪਹੁੰਚਦੀ ਹੈ ਇੱਕ ਮਹੀਨੇ ਵਿੱਚ, ਫਿਰ ਉਸ ਤੋਂ ਬਾਅਦ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਅਗਲੇ ਮਹੀਨੇ ਵਿੱਚ ਉਹ ਬਿਲਕੁਲ ਘਟ ਜਾਂਦੀ ਹੈ। ਫਿਰ ਹਰ 2 ਮਹੀਨਿਆਂ ਬਾਅਦ ਨਵੀਂ ਰੁੱਤ ਸ਼ੁਰੂ ਹੁੰਦੀ ਹੈ, ਤੇ 6 ਰੁੱਤਾਂ ਬਣਦੀਆਂ। ਉਹਨਾਂ 6 ਰੁੱਤਾਂ ਦੇ ਵਿੱਚ 12 ਮਹੀਨੇ ਬਣਦੇ ਨੇ, ਤੇ ਹਰ ਮਹੀਨੇ
ਇਹ ਜੋ ਕੁਦਰਤ ਦਾ ਵਾਤਾਵਰਨ ਹੈ, ਐਨਵਾਇਰਨਮੈਂਟ ਹੈ, ਇਹਦੇ ਵਿੱਚ ਤਬਦੀਲੀ ਆਉਂਦੀ ਹੈ, ਬਦਲਾਵ ਆਉਂਦਾ ਮੌਸਮ ਦੇ ਵਿੱਚ। ਉਹ ਜਿਹੜਾ ਮੌਸਮ ਦੇ ਵਿੱਚ ਬਦਲਾਵ ਹੈ, ਉਹਦਾ ਅਸਰ ਬਨਸਪਤੀ ਤੇ ਪੈਂਦਾ ਹੈ, ਗਰੀਨਰੀ ਤੇ ਪੈਂਦਾ ਹੈ, ਉਹਦਾ ਅਸਰ ਧਰਤੀ ਤੇ ਵੀ ਪੈਂਦਾ ਹੈ। ਫਿਰ ਅੱਤ ਦਰਜੇ ਦੀ ਗਰਮੀ ਵੀ ਹੁੰਦੀ ਹੈ, ਅੱਤ ਦਰਜੇ ਦੀ ਸਰਦੀ ਵੀ ਹੁੰਦੀ ਹੈ, ਬਸੰਤ ਰੁੱਤ ਵੀ ਆਉਂਦੀ ਹੈ, ਉਹਦੇ 'ਚ ਪਤਝੜ ਵੀ ਆਉਂਦੀ ਹੈ। ਇਹ ਬਾਹਰ ਇਹ ਤਬਦੀਲੀ ਆਉਂਦੀ ਹੈ, ਜਿਹਨੂੰ ਤਬਦੀਲੀ ਨੂੰ ਕਹਿੰਦੇ ਨੇ ਕ੍ਰਾਂਤੀ, ਚੇਂਜ ਆ ਜਾਣੀ, ਸੰਕ੍ਰਾਂਤ, ਆਟੋਮੈਟਿਕਲੀ ਇੱਕ ਚੇਂਜ ਆ ਰਹੀ ਹੈ। ਉਹ ਜਿਹੜੇ ਬਾਹਰ ਰੁੱਤਾਂ ਬਦਲ ਰਹੀਆਂ ਨੇ, ਮਹੀਨੇ ਬਦਲ ਰਹੇ ਨੇ, ਉਸ ਮਹੀਨੇ ਦੇ ਵਿੱਚ ਜੋ ਵਰਤਾਰੇ ਵਰਤ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਵਰਤਾਰਿਆਂ ਨੂੰ ਸਾਹਮਣੇ ਰੱਖ ਕੇ 12 ਮਹੀਨਿਆਂ ਨੂੰ ਲੈ ਕੇ ਸਾਡੇ ਅੰਦਰਲੀ ਅਵਸਥਾ ਦਾ ਜ਼ਿਕਰ ਕਰਦੇ ਨੇ ਤੇ ਇਹਨੂੰ 1 ਮਹੀਨੇ ਨੂੰ ਇੱਕ ਜ਼ਿੰਦਗੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਉੱਥੇ ਤਾਂ ਮਹੀਨਾ ਆਉਂਦਾ, ਮੌਸਮ ਆਉਂਦਾ, ਉਸ ਤੋਂ ਬਾਅਦ 12 ਸਾਲਾਂ ਬਾਅਦ ਆਉਂਦਾ ਹੈ। ਪਰ ਸਾਡੇ ਅੰਦਰ ਉਹਦੇ ਨਾਲ ਸੰਬੰਧਿਤ ਜਿਹੜਾ ਸਤਿਗੁਰੂ ਜੀ ਸਾਨੂੰ ਦਿਖਾਉਣਗੇ, ਉਹ ਸਾਡੀ ਜ਼ਿੰਦਗੀ ਸਦਾ ਬਣਿਆ ਰਹਿੰਦਾ ਹੈ। ਇੱਦਾਂ ਫਿਰ ਇੱਕ ਸ਼ੁਰੂਆਤ ਹੈ ਸਾਡੇ ਸੋਚ ਸੁਭਾਅ ਦੇ ਵਾਸਤੇ, ਜਿਹਨੂੰ ਆਪਾਂ ਕਹਿੰਦੇ ਹਾਂ ਭੂਮਿਕਾ ਬੰਨੀ ਗਈ ਹੈ ਪਹਿਲੇ ਪਦੇ ਵਿੱਚ, ਫਿਰ 12 ਮਹੀਨੇ ਨੇ, ਅਖੀਰ ਤੇ ਫਿਰ ਸਬਜੈਕਟ ਨੂੰ ਸਮ ਅਪ ਕੀਤਾ ਗਿਆ ਹੈ। ਇਸ ਤਰ੍ਹਾਂ ਇਹ 14 ਪਦਿਆਂ ਦੀ ਬਾਣੀ ਹੈ। ਇਹਨੂੰ 12 ਮਾਹਾਂ ਕਹਿ ਦਿੰਦੇ ਆ। ਮਾਝ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਤੇ ਚੌਥੇ ਘਰ ਵਿੱਚ ਗਾਉਣ ਦਾ ਸੰਦੇਸ਼ ਸਤਿਗੁਰੂ ਜੀ ਨੇ ਨਾਲ ਅੰਕਿਤ ਕੀਤਾ ਹੋਇਆ ਹੈ। ਤੇ ਸਟਾਰਟਿੰਗ ਤੇ ਮੂਲ ਮੰਤਰ ਦਾ ਸੰਖੇਪ ਰੂਪ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ, ਹਰ ਥਾਂ ਤੇ ਨੇ, ਹਰ ਸਮੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤੀ ਹੁੰਦੀ ਹੈ ਤੇ ਇਸ ਮਾਰਗ ਤੇ ਤੁਰਿਆ ਜਾਂਦਾ ਹੈ ਤੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ। ਹੁਣ ਉਹ ਜਿਹੜੇ 12 ਮਹੀਨਿਆਂ ਦੀਆਂ 12 ਸਿਚੁਏਸ਼ਨਸ ਨੇ, ਉਹ 12 ਸਿਚੁਏਸ਼ਨ ਐਕਚੁਅਲੀ ਸਾਡੀ ਸੋਚ ਤੇ ਸਾਡੇ ਸੁਭਾਅ ਵਿੱਚ ਨੇ। ਉਸ ਨੂੰ ਸਤਿਗੁਰੂ ਜੀ ਪੇਸ਼ ਕਰਨਗੇ ਇੱਕ ਇੱਕ ਕਰਕੇ। ਔਰ ਕਮਾਲ ਕਰ ਦਿੱਤੀ ਹੈ ਕਿ ਚੇਤਰ ਮਹੀਨਾ ਪਹਿਲਾ ਮੰਨਿਆ ਤੇ ਫਲਗੁਣ ਦਾ ਮਹੀਨਾ ਜਿਹੜਾ ਹੈ ਉਹ ਲਾਸਟ ਮੰਨਿਆ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ 12 ਮਾਹਾਂ ਮੁਤਾਬਕ ਦੇਖੀਏ ਤੇ ਜਦੋਂ ਫੱਗਣ ਦਾ ਮਹੀਨਾ, ਜਿਹਨੂੰ ਫਲਗੁਣ ਕਿਹਾ ਹੈ, ਉਹ ਮਹੀਨਾ ਜਦੋਂ ਐਂਡ ਹੁੰਦਾ ਹੈ ਤੇ ਉਸ ਵੇਲੇ ਬਸੰਤ ਹੁੰਦੀ ਹੈ, ਰੁੱਤ ਖਿੜੀ ਹੁੰਦੀ ਹੈ। ਤੇ ਜਦੋਂ ਚੇਤਰ ਮਹੀਨਾ ਸ਼ੁਰੂ ਹੁੰਦਾ ਹੈ, ਉਹ ਵੀ ਬਸੰਤ ਰੁੱਤ ਦੇ ਵਿੱਚ ਸ਼ੁਰੂ ਹੁੰਦਾ ਹੈ, ਤਾਂ ਕਿ ਗੁਰਸਿੱਖ ਨੂੰ ਹਰ ਵੇਲੇ ਆਨੰਦ ਰਸ ਵਿੱਚ ਕਿਵੇਂ ਜਿਉਣਾ ਸਿੱਖੇ। ਇਹ ਸਤਿਗੁਰੂ ਜੀ ਸਿਖਾਉਣਗੇ ਚੇਤਰ ਮਹੀਨੇ ਤੋਂ। ਜਿਸ ਤਰ੍ਹਾਂ ਦਾ ਮਹੀਨੇ ਦਾ ਮੌਸਮ ਹੈ, ਉਹਦੇ ਨਾਲ ਸਿਮਿਲਰ ਜੋ ਸਾਡੀ ਸੋਚ ਸੁਭਾਅ ਵਿੱਚ ਹੈ, ਉਹਨੂੰ ਸਤਿਗੁਰੂ ਜੀ ਬਾਕਮਾਲ ਸਾਡੇ ਸਾਹਮਣੇ ਰੱਖਣਗੇ। ਸ਼ੁਰੂਆਤ ਵਿੱਚ ਹੈ ਸਾਡਾ ਸੋਚ ਤੇ ਸਾਡੀ ਸੁਭਾਅ ਕਿਸ ਤਰ੍ਹਾਂ ਦਾ ਬਣ ਚੁੱਕਿਆ ਹੈ, ਕਿਉਂ ਬਦਲਣ ਦੀ ਲੋੜ ਹੈ, ਕਿਹੜੇ ਕਾਰਨ ਨੇ, ਕਿਹੜਾ ਹਿੱਸਾ ਹੈ ਸੋਚ ਤੇ ਸੁਭਾਅ ਦਾ ਜਿਹੜਾ ਬਦਲਣਾ ਹੈ, ਤੇ ਕੀ ਕੀ ਸੰਵਾਰਨਾ ਹੈ, ਸਮਰਿਆ ਜੀਵਨ ਕਿਸ ਤਰ੍ਹਾਂ ਦਾ ਹੋਏਗਾ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਹਮਣੇ ਸੀਨ ਪੇਸ਼ ਕਰਨਗੇ। ਆਓ ਸਿੱਖਣ ਦਾ ਯਤਨ ਕਰੀਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਸੀਂ ਆਮ ਤੌਰ ਤੇ ਜਦੋਂ ਪੜ੍ਹਦੇ ਹਾਂ ਨਾ, ਕਿਰਤ ਕਰਮ ਕੇ ਵਿਛੜੇ, ਅਸੀਂ ਸੋਚਦੇ ਹਾਂ ਪਤਾ ਨਹੀਂ ਕੋਈ ਟਰੱਕ ਚਲਾ ਰਿਹਾ, ਉਹਦਾ ਟਰੱਕ ਚਲਾਉਣਾ ਕਿਰਤ ਕਰਮ ਹੈ, ਕੋਈ ਬਿਜ਼ਨਸ ਕਰ ਰਿਹਾ, ਉਹਦਾ ਬਿਜ਼ਨਸ ਕਰਨਾ ਉਹਦਾ ਕਿਰਤ ਕਰਮ ਹੈ, ਉਹਦੇ ਕਰਕੇ ਉਹ ਵਿਛੜਿਆ ਹੋਇਆ। ਕੋਈ ਨੌਕਰੀ ਕਰ ਰਿਹਾ, ਨੌਕਰੀ ਕਰਨਾ ਉਹਦਾ ਕਿਰਤ ਕਰਮ ਹੈ, ਇਹਦੇ ਕਰਕੇ ਵਿਛੜਿਆ। ਮੈਂ ਬੇਨਤੀ ਕਰਾਂ, ਇਹ ਸਰੀਰ ਦੇ ਕਰਮਾਂ ਦੀ ਗੱਲ ਨਹੀਂ ਹੈ ਇੱਥੇ, ਕਿਉਂਕਿ ਗੁਰਬਾਣੀ ਡਾਇਰੈਕਟ ਰਿਲੇਟਡ ਹੈ ਉਪਦੇਸ਼ ਸਾਡੇ ਸੁਭਾਅ ਤੇ ਸਾਡੀ ਸੋਚ ਨੂੰ ਬਦਲਣ ਵਾਸਤੇ। ਇਸ ਲਈ ਕਰਮ ਜਿਹੜੇ ਨੇ ਉਹ ਮਨ ਦੇ ਨੇ। ਮਤ ਵੀ ਕਰਮ ਕਰਦੀ ਹੈ, ਮਨ ਵੀ ਕਰਮ ਕਰਦਾ। ਮੈਂ ਉਦਾਹਰਨ ਦੇਵਾਂ, ਕਿਸੇ ਬੰਦੇ ਨੂੰ ਦੇਖਦਾ ਹੈ, ਡਜ਼ਨਟ ਮੈਟਰ ਉਹ ਆਪਣਾ ਹੈ ਕਿ ਬੇਗਾਨਾ ਹੈ, ਬੰਦਾ ਆਪਣੇ ਸੁਭਾਅ ਵਿੱਚੋਂ ਦੀ ਦੇਖਦਾ। ਹੁਣ ਪਤਾ ਨਹੀਂ ਉਹਦੇ ਔਗਣ ਦੇਖ ਰਿਹਾ ਜਾਂ ਉਹਦੇ ਗੁਣ ਦੇਖ ਰਿਹਾ, ਉਹਦੀਆਂ ਚੰਗਿਆਈਆਂ ਦੇਖ ਰਿਹਾ ਜਾਂ ਉਹਦੀਆਂ ਕਮਜ਼ੋਰੀਆਂ ਦੇਖ ਰਿਹਾ। ਅਗਰ ਮਨ ਕਿਸੇ ਦੇ ਗੁਣ ਦੇਖੇਗਾ, ਅੰਦਰ ਪਿਆਰ ਦਾ ਕਰਮ ਕਰ ਲਏਗਾ, ਪਿਆਰ ਦੀ ਭਾਵਨਾ ਜਾਗੇਗੀ। ਅਗਰ ਉਸ ਦਾ ਔਗਣ ਦੇਖੇਗਾ ਤੇ ਅੰਦਰ ਨਫ਼ਰਤ ਦੀ ਭਾਵਨਾ ਜਾਗੇਗੀ। ਹੁਣ ਜੇ ਨਫ਼ਰਤ ਦੀ ਭਾਵਨਾ ਨਾਲ ਦੇਖੇਗਾ, ਔਗਣ ਹੀ ਦੇਖੇਗਾ, ਉਹਦੇ ਚੰਗੇ ਗੁਣ ਪਾਸੇ ਕਰ ਦੇਗਾ, ਤਾਂ ਹੋਏਗਾ ਕੀ? ਫਿਰ ਉਹ ਨਿੰਦਾ ਕਰੇਗਾ, ਮਨ ਦਾ ਅਗਲਾ ਕਰਮ ਨਿਕਲ ਆਏਗਾ। ਗੁਣ ਦੇਖੇਗਾ, ਉਹਦੀ ਵਡਿਆਈ ਕਰੇਗਾ। ਇੱਦਾਂ ਮਨ ਜਿਹੜਾ ਹੈ ਉਹ ਭਾਵਨਾ ਦੇ ਦਰਵਾਜ਼ੇ ਵਿੱਚੋਂ ਦੀ
ਜਿਸ ਤਰ੍ਹਾਂ ਦੀ ਭਾਵਨਾ ਵਿੱਚੋਂ ਨਿਕਲਦਾ ਨਾ, ਚਾਹੇ ਉਹ ਅੱਖਾਂ ਨਾਲ ਦੇਖਦਾ ਹੈ, ਚਾਹੇ ਕੰਨਾਂ ਨਾਲ ਸੁਣਦਾ ਹੈ, ਤਾਂ ਉਹਦੇ ਅੰਦਰ ਜਿਸ ਜਿਸ ਭਾਵਨਾ ਵਿੱਚੋਂ ਦੀ ਆਇਆ ਹੋਏਗਾ ਨਾ, ਜਾਂ ਪਿਆਰ ਦੀ ਭਾਵਨਾ ਜਾਂ ਨਫ਼ਰਤ ਦੀ ਭਾਵਨਾ, ਜਾਂ ਕਿਸੇ ਨੂੰ ਚੰਗਾ ਸਮਝ ਕੇ ਜਾਂ ਕਿਸੇ ਨੂੰ ਘਟੀਆ ਸਮਝ ਕੇ, ਉਸ ਤਰ੍ਹਾਂ ਦੇ ਫਿਰ ਮਨ ਦੇ ਕਰਮ ਸ਼ੁਰੂ ਹੋ ਜਾਂਦੇ ਨੇ। ਉਸ ਦੇ ਨਾਲ ਮਿਲ ਕੇ ਮੱਤ ਜਿਹੜੀ ਹੈ ਫੈਸਲੇ ਲੈਂਦੀ ਹੈ। ਤੇ ਇਹ ਮਨ ਨੇ ਜਿੰਨੇ ਕਰਮ ਕੀਤੇ ਨੇ ਨਾ, ਉਹਨਾਂ ਕਰਮਾਂ ਦੇ ਵਿੱਚ ਇਹਨੇ ਜ਼ਿਆਦਾ ਦੁਨੀਆ ਨੂੰ ਫੋਕਸ ਕਰਕੇ, ਦੁਨਿਆਵੀ ਪ੍ਰਾਪਤੀਆਂ ਨੂੰ ਸਾਹਮਣੇ ਰੱਖ ਕੇ, ਕੁਸੰਗੀ ਪ੍ਰਵਿਰਤੀਆਂ ਵੱਲ ਦੀ ਖਿੱਚ ਦੇ ਵਿੱਚੋਂ ਨਿਕਲ ਕੇ, ਇਹਨੇ ਦੁਨਿਆਵੀ ਰਸਾਂ ਦੇ ਵਿੱਚੋਂ ਦੀ ਭਾਵਨਾ ਵਿੱਚ ਦੇਖ ਕੇ, ਇਹ ਮਨ ਨੇ ਜਿੰਨੇ ਕਰਮ ਕੀਤੇ ਨੇ, ਮਤ ਨੇ ਜਿੰਨੇ ਕਰਮ ਕੀਤੇ ਨੇ, ਉਹਦਾ ਕਰਕੇ ਵਿਛੋੜਾ ਪਿਆ ਹੋਇਆ। ਪਤਾ ਨਹੀਂ ਕਿੰਨੇ ਵਾਰੀ ਮਨ ਕ੍ਰੋਧ ਵਿੱਚ ਆ ਕੇ ਤਪਦਾ ਹੈ, ਤੇ ਮਤ ਮਨ ਨਾਲ ਮਿਲ ਕੇ ਕ੍ਰੋਧ ਵਿੱਚ ਆ ਕੇ ਫੈਸਲੇ ਲੈਂਦੀ ਹੈ। ਜੇ ਹਿਊਮਨ ਬੀਇੰਗ ਸਾਡੇ ਸਾਰਿਆਂ ਨਾਲ ਹੁੰਦਾ ਹੈ। ਪਤਾ ਨਹੀਂ ਕਿੰਨੇ ਵਾਰੀ ਕਿਤਨਿਆਂ ਕਿੰਨੇ ਨਾਲ ਮਨ ਨੇ ਨਫ਼ਰਤ ਕੀਤੀ ਹੈ, ਉਸ ਨਫ਼ਰਤ ਵਿੱਚ ਫੈਸਲੇ ਲਏ ਨੇ ਮਤ ਨੇ। ਉਹਨਾਂ ਕਰਮਾਂ ਕਰਕੇ ਵਿਛੋੜਾ ਪਿਆ ਹੋਇਆ। ਕਿਰਤ ਕਰਮ ਕੇ ਵਿਛੜੇ। ਜਦੋਂ ਗੁਰੂ ਦੇ ਉਪਦੇਸ਼ ਸਮਝਾਂਗੇ ਤਾਂ ਪਤਾ ਲੱਗੇਗਾ, ਓ ਮਾਈ ਗॉड, ਮੇਰੇ ਅੰਦਰ ਆਹੀ ਕਮਜ਼ੋਰੀਆਂ। ਤੇ ਫਿਰ ਅੰਦਰੋਂ ਇੱਕ ਅਰਦਾਸ ਨਿਕਲੇਗੀ, ਤਰਲਾ ਨਿਕਲੇਗਾ, ਵਾਹਿਗੁਰੂ ਜੀ ਮੇਰੇ ਮਨ ਦੇ ਕੀਤੇ ਹੋਏ ਕਰਮਾਂ ਕਰਕੇ, ਮੇਰੀ ਮੱਤ ਦੇ ਕੀਤੇ ਕਰਮਾਂ ਕਰਕੇ ਵਿਛੋੜਾ ਪਿਆ ਹੋਇਆ। ਕਿਰਪਾ ਕਰੋ ਵਾਹਿਗੁਰੂ ਜੀ, ਮਿਲਾਪ ਹੋ ਜਾਵੇ। ਵਾਹਿਗੁਰੂ ਜੀ ਹਾਜ਼ਰ ਨਾਜ਼ਰ, ਗੁਣਾਂ ਨਾਲ ਮਿਲਾਪ ਹੋ ਜਾਵੇ, ਰੱਬੀ ਉਪਦੇਸ਼ ਨਾਲ ਮਿਲਾਪ ਹੋ ਜਾਵੇ, ਗੁਰੂ ਦੇ ਉਪਦੇਸ਼ ਨਾਲ ਮਿਲਾਪ ਹੋ ਜਾਵੇ। ਤੁਹਾਨੂੰ ਹਾਜ਼ਰ ਨਾਜ਼ਰ ਸਮਝਾਂ। ਫਿਰ ਇੱਕ ਸਮਝ ਪਈ, ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਚਾਰ ਕੁੰਟ ਦਹਿ ਦਿਸ, ਇਹ ਇੱਕ ਸਿੰਬੋਲਿਕ ਸ਼ਬਦ ਹੁੰਦੇ ਨੇ, ਕਹਾਵਤਾਂ ਵਜੋਂ ਵਰਤੇ ਜਾਂਦੇ ਨੇ। ਉਹਦੇ ਵਿੱਚ ਰਮਜ਼ਾਂ ਹੁੰਦੀਆਂ ਨੇ। ਚਾਰ ਕੁੰਟ ਉਂਝ ਨਾਰਥ ਈਸਟ ਸਾਊਥ ਵੈਸਟ ਹੁੰਦਾ ਹੈ, ਉੱਤਰ ਦੱਖਣ ਪੂਰਬ ਪੱਛਮ। ਤੇ 10 ਦਿਸ਼ਾਵਾਂ ਹੁੰਦੀਆਂ ਨੇ, ਇਹਨਾਂ ਦੋਨਾਂ ਦੇ ਵਿਚਕਾਰ ਹੁੰਦੀਆਂ ਨੇ। ਜਿਵੇਂ ਨਾਰਥ ਤੇ ਸਾਊਥ ਦੇ ਵਿਚਕਾਰ ਹੈ, ਸਾਊਥ ਤੇ ਵੈਸਟ ਦੇ ਵਿਚਕਾਰ ਹੈ, ਫਿਰ ਵੈਸਟ ਤੇ ਈਸਟ ਦੇ ਵਿਚਕਾਰ। ਇੱਦਾਂ ਚਾਰ ਉਹ ਹੁੰਦੀਆਂ ਨੇ, ਇੱਕ ਉੱਪਰ ਇੱਕ ਹੇਠਾਂ ਮਿਲਾ ਕੇ ਦਹਿ ਦਿਸ ਬਣਦੇ ਨੇ। ਪਰ ਇੱਥੇ ਉਹ ਚੀਜ਼ ਨਹੀਂ ਹੈ। ਇਹ ਮੇਜਰਮੈਂਟ ਵਾਲੀ ਦਿਸ਼ਾ ਨਹੀਂ ਹੈ। ਇਹ ਕਹਾਵਤ ਵਜੋਂ ਵਰਤਿਆ ਗਿਆ ਕਿ ਮਨ ਨੇ ਤੇ ਮਤ ਨੇ ਸਾਰੇ ਪਾਸੇ ਭੱਜ ਭੱਜ ਕੇ, ਰਸ ਮਾਣ ਕੇ ਅੰਦਰ ਦੂਰੀ ਪਾ ਲਈ। ਆਖੋ ਵਾਹਿਗੁਰੂ। ਤੇ ਹੁਣ ਸਮਝ ਪੈ ਗਈ ਹੈ ਕਿ ਵਾਹਿਗੁਰੂ ਜੀ ਤੋਂ ਬਿਨਾਂ ਸੋਚ ਸੁਭਾਅ ਬਦਲ ਨਹੀਂ ਸਕਦਾ, ਤੇ ਥੱਕ ਕੇ ਵਾਹਿਗੁਰੂ ਜੀ ਤੁਹਾਡੀ ਸ਼ਰਨ ਆਏ ਆ। ਹੁਣ ਅੰਦਰ ਇੱਕ ਸੋਝੀ ਜਾਗ ਪਈ, ਗੁਰੂ ਦੇ ਉਪਦੇਸ਼ਾਂ ਨੇ ਸੋਝੀ ਜਗਾਈ। ਪਤਾ ਲੱਗਿਆ, ਦੋ ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਉਦਾਹਰਣ, ਧੇਨ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮ। ਗਊ ਦੁੱਧ ਨਾ ਦਿੰਦੀ ਹੋਵੇ, ਲੋਕ ਛੱਡ ਦਿੰਦੇ ਨੇ, ਵਿਚਾਰੀ ਬਾਹਰ ਫਿਰਦੀ ਹੈ, ਕੋਈ ਗਊਸ਼ਾਲਾ ਵਾਲਾ ਸੰਭਾਲ ਲਵੇ ਤੇ ਸੰਭਾਲ ਲਵੇ, ਨਹੀਂ ਉਹਨੂੰ ਪੁੱਛਦਾ ਕੋਈ ਨਹੀਂ। ਦੂਜੀ ਉਦਾਹਰਣ, ਜਲ ਬਿਨ ਸ਼ਾਖ ਕੁਮਲਾਵਤੀ, ਉਪਜੈ ਨਾਹੀ ਦਾਮ। ਖੇਤੀ ਹੈ ਨਾ, ਫਸਲ ਬੀਜੀ ਜਾਂਦੀ ਹੈ, ਉਹਨੂੰ ਪਾਣੀ ਨਾ ਮਿਲੇ ਤਾਂ ਉਹਦੀ ਕੋਈ ਕਮਾਈ ਨਹੀਂ ਹੋਏਗੀ। ਪਾਣੀ ਨਾ ਮਿਲਿਆ, ਕੁਮਲਾ ਜਾਏਗੀ, ਉਹਦਾ ਰਿਜ਼ਲਟ ਨਹੀਂ ਆਏਗਾ, ਉਹਨੂੰ ਫਲ ਨਹੀਂ ਲੱਗੇਗਾ, ਤੇ ਉਹਦਾ ਕੋਈ ਮੁੱਲ ਨਹੀਂ ਵੱਟਿਆ ਜਾਏਗਾ। ਇਸੇ ਤਰ੍ਹਾਂ ਜੇ ਸਾਡੇ ਮੱਤ ਦੇ ਵਿੱਚ, ਰੱਬ ਦੇ ਭੈ ਵਿੱਚ ਫੈਸਲੇ ਲੈਣ ਦਾ ਰਸ ਨਹੀਂ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਵਿੱਚ ਜਿਉਣ ਦਾ ਰਸ ਨਹੀਂ, ਤਾਂ ਇਹ ਵੀ ਉਸ ਗਊ ਵਾਂਗੂ ਕਿਸੇ ਕੰਮ ਨਹੀਂ ਹੈ ਮੱਤ। ਇਸੇ ਤਰ੍ਹਾਂ ਜੇ ਮਨ ਸੁਭਾਅ ਦੇ ਵਿੱਚ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਨਹੀਂ, ਲਗਨ ਨਹੀਂ, ਪਰਉਪਕਾਰ ਕਰਨ ਦੀ ਬਿਰਤੀ ਨਹੀਂ, ਪਰਉਪਕਾਰ ਵਿੱਚ ਜੂਝਣ ਵਾਸਤੇ ਜਿਹੜੇ ਗੁਣ ਚਾਹੀਦੇ ਨੇ, ਉਹ ਗੁਣ ਪ੍ਰਾਪਤ ਕਰਨ ਦੀ ਅੰਦਰ ਇੱਛਾ ਨਹੀਂ, ਤੇ ਇਸ ਜ਼ਿੰਦਗੀ ਨੂੰ ਕੋਈ ਅਧਿਆਤਮਕ ਫਲ ਨਹੀਂ ਲੱਗਦਾ, ਤੇ ਇਸ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ। ਇਹ ਗੱਲਾਂ ਸਮਝ ਆਈਆਂ ਨਾ ਜਦੋਂ, ਹਰ ਨਾਹ ਨਾ ਮਿਲਿਐ ਸਾਜਨ, ਕਤ ਪਾਈਐ ਵਿਸ਼ਰਾਮ। ਪਤਾ ਲੱਗਿਆ ਵਾਹਿਗੁਰੂ ਜੀ, ਜਿੰਨਾ ਚਿਰ ਤੁਹਾਡਾ ਮਿਲਾਪ ਨਹੀਂ ਨਾ ਹੁੰਦਾ, ਤੁਸੀਂ ਹਾਜ਼ਰ ਨਾਜ਼ਰ ਜੇ ਮਹਿਸੂਸ ਨਹੀਂ ਹੁੰਦੇ, ਤੁਹਾਡਾ ਭੈ ਭਾਵਨੀ ਨਹੀਂ ਹੈ, ਤੇ ਮਨ ਨੂੰ ਮਤ ਨੂੰ ਕਿਤੇ ਟਿਕਾਣਾ ਨਹੀਂ ਹੈ। ਕਤ ਪਾਈਐ ਵਿਸ਼ਰਾਮ। ਇਸੇ ਕਰਕੇ ਅੰਦਰ ਸ਼ਾਂਤੀ ਨਹੀਂ ਹੈ, ਆਨੰਦ ਰਸ ਨਹੀਂ ਹੈ। ਇਹ ਸੋਚ ਸੁਭਾਅ ਦੇ ਤਲ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਵਿਚਲਿਤ ਹੁੰਦਾ ਹੈ। ਅੰਦਰ ਐਵੇਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੱਡੀਆਂ ਸਮਝ ਕੇ
ਚਿੰਤਾਵਾਂ ਦੀਆਂ ਪੰਡਾਂ ਚੁੱਕਦਾ ਹੈ। ਤੇ ਅੰਦਰ ਸੋਚ ਸੁਭਾਅ ਇਸ ਤਰ੍ਹਾਂ ਦੀ ਬਣ ਚੁੱਕੀ ਹੈ, ਜਿਤ ਘਰ ਹਰ ਕੰਤ ਨ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਜਿਸ ਘਰ ਵਿੱਚ ਵਾਹਿਗੁਰੂ ਦੀ ਜੋਤ ਤਾਂ ਹਰ ਸਰੀਰ ਦੇ ਅੰਦਰ ਹੈ, ਪਰ ਜਿਹਨੂੰ ਮਹਿਸੂਸ ਨਾ ਹੋਈ, ਅੰਦਰ ਪ੍ਰਗਟ ਨਾ ਹੋਈ, ਜਿਹਨੂੰ ਰੱਬ ਦਾ ਭੈ ਨਾ ਜਾਗਿਆ, ਰੱਬ ਦਾ ਪਿਆਰ ਨਾ ਜਾਗਿਆ, ਰੱਬ ਦੇ ਗੁਣ ਸੋਚ ਤੇ ਸੁਭਾਅ ਵਿੱਚ ਨਾ ਆਏ। ਇੱਥੇ ਦੋ ਸ਼ਬਦ ਵਰਤੇ, ਇੱਕ ਨਗਰ, ਇੱਕ ਗ੍ਰਾਮ। ਇਹ ਵੀ ਐਗਜ਼ਾਮਪਲ ਹੈ, ਸਿੰਬੋਲਿਕ ਵਰਡ ਨੇ, ਇਸ਼ਾਰੇ ਦਿੱਤੇ ਨੇ। ਪਿੰਡ ਸੁਭਾਉ ਨੂੰ ਕਿਹਾ। ਭਗਤ ਕਬੀਰ ਜੀ ਦਾ ਸ਼ਬਦ ਹੈ, ਬਾਬਾ ਅਬ ਨਾ ਬਸੋਂ ਗਾਉਂ। ਜਿੱਥੇ ਆਏਗਾ ਉੱਥੇ ਆਪਾਂ ਵਿਚਾਰਾਂਗੇ। ਇਹ ਜਿਹੜਾ ਸੁਭਾਅ ਹੈ ਨਾ, ਇਹ ਸਾਡਾ ਪਿੰਡ ਹੈ, ਮਨ ਇਹਦੇ 'ਚ ਰਹਿੰਦਾ ਹੈ, ਜਿੱਥੇ ਮਰਜ਼ੀ ਚਲਾ ਜਾਵੇ, ਇਹ ਆਪਣੇ ਸੁਭਾਅ ਦੇ ਪਿੰਡ ਵਿੱਚ ਰਹਿੰਦਾ ਹੈ। ਇਹ ਜਿਹੜਾ ਸੁਭਾਅ ਦਾ ਪਿੰਡ ਹੈ ਨਾ, ਇਹਦੇ ਵਿੱਚ ਜਿਸ ਤਰ੍ਹਾਂ ਦਾ ਇਹਨੇ ਸੁਭਾਅ ਸਿਰਜ ਲਿਆ, ਜਿਸ ਤਰ੍ਹਾਂ ਦਾ ਇਹ ਪਿੰਡ ਬੰਨ੍ਹ ਲਿਆ ਅੰਦਰ, ਉਸ ਤਰ੍ਹਾਂ ਦੀਆਂ ਭਾਵਨਾਵਾਂ, ਲਗਨ, ਜਜ਼ਬੇ, ਖਿੱਚ, ਰਸ, ਵਿਚਾਰਾਂ, ਆਈਡੀਓਲੋਜੀ ਅੰਦਰ ਬੈਠੀ ਹੈ। ਇਹ ਸਾਰਾ ਸ਼ਹਿਰ ਵਸਿਆ ਹੋਇਆ ਆਖੋ ਵਾਹਿਗੁਰੂ। ਜੇ ਅੰਦਰ ਅਧਿਆਤਮਿਕਤਾ ਨਹੀਂ ਹੈ, ਗੁਰੂ ਦੇ ਉਪਦੇਸ਼ ਦੀ ਸੋਝੀ ਨਹੀਂ ਹੈ, ਰੱਬ ਦੇ ਗੁਣ ਨਹੀਂ ਹੈ, ਅੰਦਰ ਬਖਸ਼ਿਸ਼ ਨਹੀਂ ਹੈ, ਤੇ ਭੱਠ ਵਾਂਗੂ ਤਪਦਾ ਆਖੋ ਵਾਹਿਗੁਰੂ। ਭੱਠੀ ਵਾਂਗੂ ਤਪਦਾ। ਛੋਟੀ ਜਿਹੀ ਕਿਸੇ ਦੀ ਕਮਜ਼ੋਰੀ ਦੇਖ ਕੇ ਬਹੁਤ ਤਪ ਜਾਂਦਾ। ਇਸੇ ਕਰਕੇ ਤਾਂ ਵਿਚਲਿਤ ਹੁੰਦਾ ਹੈ, ਇੱਦਾਂ ਕਿਉਂ ਹੈ, ਇੱਦਾਂ ਕਿਉਂ ਨਹੀਂ ਹੈ, ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਬੜੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਚਿੰਤਾ ਦੀਆਂ ਪੰਡਾਂ ਚੱਕਦਾ ਹੈ। ਤੇ ਜਿੰਨੇ ਧਰਮ ਦੇ ਕਰਮ ਕਰਦਾ ਹੈ ਨਾ, ਜੇ ਇਹਦਾ ਸੋਚ ਸੁਭਾਅ ਭੱਠ ਵਾਂਗੂ ਤਪਦਾ ਰਿਹਾ ਨਾ, ਤੇ ਜਿਹੜੇ ਧਰਮ ਦੇ ਕਰਮ ਕਰਦਾ ਉਹ ਇਦਾਂ ਹੋ ਗਿਆ, ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ। ਸ਼ਿੰਗਾਰ ਕਰਦੇ ਉਸ ਵੇਲੇ ਔਰਤਾਂ ਆਪਣੇ ਮੁਖ ਵਿੱਚ ਪਾਨ ਰੱਖਦੀਆਂ, ਸਾਰੇ ਸਰੀਰ ਤੇ ਸ਼ਿੰਗਾਰ ਕਰਦੀਆਂ ਪਤੀ ਲਈ, ਪਰ ਪਤੀ ਮਿਲਾਪ ਨਹੀਂ ਆਖੋ ਵਾਹਿਗੁਰੂ। ਪ੍ਰਭ ਸੁਆਮੀ ਕੰਤ ਬਿਹੂਣੀਆਂ, ਮੀਤ ਸੱਜਣ ਸਭ ਜਾਮ। ਅੰਦਰ ਪਤੀ ਨਾਲ ਮਿਲਾਪ ਨਹੀਂ। ਇਸੇ ਤਰ੍ਹਾਂ ਧਰਮ ਦੇ ਕਰਮ ਕਰਦਾ ਰਹੇਗਾ ਪਿਆਰਿਆ, ਪਰ ਤੇਰੇ ਅੰਦਰ ਰੱਬ ਦਾ ਭੈ ਨਹੀਂ। ਦੂਸਰਿਆਂ ਵਿੱਚੋਂ ਰੱਬ ਦੀ ਜੋਤ ਦੇਖਣ ਦੀ ਜੁਗਤ ਨਹੀਂ ਆਈ, ਦੂਸਰਿਆਂ ਦੇ ਗੁਣ ਦੇਖਣ ਦੀ ਜੁਗਤ ਨਹੀਂ ਆਈ, ਕਿਉਂਕਿ ਅੰਦਰ ਮਨ ਅੰਦਰ ਬਗਲਾ ਪ੍ਰਵਿਰਤੀ ਹੁੰਦੀ ਹੈ। ਹਰ ਇੱਕ ਵਿੱਚੋਂ ਕਮਜ਼ੋਰੀਆਂ ਲੱਭਣੀਆਂ, ਹਰ ਇੱਕ ਵਿੱਚੋਂ ਘਾਟਾਂ ਲੱਭਣੀਆਂ, ਜਿਸ ਕਰਕੇ ਇਹ ਪ੍ਰਭ ਸੁਆਮੀ ਕੰਤ ਤੋਂ, ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਮੱਤ ਜਿਹੜੀ ਹੈ ਨਾ ਵਿਛੜੀ ਹੋਈ ਹੈ। ਤੇ ਇਹਨੇ ਅੰਦਰ ਸੋਚ ਸੁਭਾਅ ਵਿੱਚ ਵਿਛੋੜਾ ਹੋਣ ਕਰਕੇ ਜਿੰਨਾ ਇਹਨੇ ਫਰੈਂਡ ਸਰਕਲ ਬਣਾਇਆ ਹੁੰਦਾ, ਜ਼ਿੰਦਗੀ ਦਾ ਸਰਕਲ ਬਣਾਇਆ ਹੁੰਦਾ, ਉਹ ਵੀ ਸਾਰੇ ਉਸੇ ਤਰ੍ਹਾਂ ਦੇ ਹੁੰਦੇ ਨੇ। ਇਹਨੂੰ ਉਸ ਤਰ੍ਹਾਂ ਦਾ ਹੀ ਰਸ ਦੇਣ ਵਾਲੇ, ਉਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ। ਇੱਥੇ ਗੱਲ ਯਾਦ ਰੱਖਿਓ, ਜਿਸ ਮਨੁੱਖ ਦੀ ਬਿਰਤੀ ਹਰ ਵੇਲੇ ਦੂਜੇ ਦੀਆਂ ਕਮਜ਼ੋਰੀਆਂ ਲੱਭਣ ਦੀ ਹੈ। ਕਿਸੇ ਨੇ 10-15 ਚੰਗੇ ਕੰਮ ਕੀਤੇ ਨੇ, ਇੱਕ ਛੋਟੀ ਜਿਹੀ ਉਹਦੇ ਤੋਂ ਭੁੱਲ ਹੋ ਗਈ, ਬਸ ਉਹਦੇ ਉਹ 10-15 ਚੰਗੇ ਕੰਮਾਂ ਨੂੰ ਨਹੀਂ ਦੇਖਣਾ, ਉਸ ਭੁੱਲ ਨੂੰ ਚੁੱਕ ਕੇ ਕਿਉਂ ਹੋਇਆ, ਐਂ ਕਿਉਂ ਨਹੀਂ ਹੋਇਆ, ਇੱਦਾਂ ਕਿਉਂ ਹੋ ਗਿਆ। ਇਹ ਅੰਦਰੋਂ ਤਪਦਾ ਆਖੋ ਵਾਹਿਗੁਰੂ। ਕਿਉਂ ਹੈ? ਕਿਉਂਕਿ ਇਹਨੂੰ ਸੋਚ ਸੁਭਾਅ ਦੇ ਵਿੱਚ ਕਿਸੇ ਵਿੱਚੋਂ ਗੁਣ ਦੇਖਣ ਦੀ ਜੁਗਤ ਨਹੀਂ ਆਈ ਹਾਲੇ। ਇਹਨੂੰ ਪਤਾ ਨਹੀਂ ਲੱਗਿਆ ਕਿ ਗੁਣਾਂ ਦੀਆਂ ਝਲਕਾਂ ਵਾਹਿਗੁਰੂ ਜੀ ਦੀਆਂ ਝਲਕਾਂ ਨੇ ਆਖੋ ਵਾਹਿਗੁਰੂ। ਤੁਸੀਂ ਦੇਖੋਗੇ ਫਿਰ ਇਸ ਤਰ੍ਹਾਂ ਦੀ ਬਿਰਤੀ ਵਾਲੇ ਮਨੁੱਖ ਨੂੰ ਉਸ ਤਰ੍ਹਾਂ ਦੇ ਮਿਲ ਜਾਣਗੇ, ਕਿਉਂਕਿ ਉਹ ਜਿਹੜੀਆਂ ਘਾਟਾਂ ਇਹਦੇ ਅੰਦਰੋਂ ਤਪਾ ਰਹੀਆਂ ਨੇ, ਫਿਰ ਉਹਦੀ ਚਰਚਾ ਕਰਨੀ ਹੈ, ਕਿਤੇ ਬੈਠ ਕੇ ਨਿੰਦਾ ਕਰਨੀ ਹੈ, ਤੇ ਫਿਰ ਨਿੰਦਕਾਂ ਦਾ ਇਹਦਾ ਸਰਕਲ ਹੋਏਗਾ, ਨਿੰਦਕਾਂ 'ਚ ਬੈਠੇਗਾ। ਉਹ ਜਿੰਨੇ ਇਹ ਸੱਜਣ ਸਮਝ ਰਿਹਾ ਹੁੰਦਾ, ਸੱਜਣ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸਭ ਜਾਮ, ਉਹ ਸਭ ਇਹਦੇ ਅੰਦਰ ਬੇਕਾਰਾਂ ਦੇ ਜਮਦੂਤ ਪੈਦਾ ਕਰਨ ਵਾਲਾ ਇਹਦਾ ਸਰਕਲ ਬਣਿਆ ਹੁੰਦਾ ਉਸ ਤਰ੍ਹਾਂ ਦਾ। ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਜਦੋਂ ਗੁਰੂ ਦੇ ਉਪਦੇਸ਼ਾਂ ਤੋਂ ਸਮਝ ਲੱਗੀ ਨਾ ਸਤਿਗੁਰੂ ਜੀ, ਕਮਜ਼ੋਰੀ ਤਾਂ ਸੁਭਾਅ ਵਿੱਚ ਹੈ, ਸੋਚ ਵਿੱਚ ਹੈ। ਪਹਿਲਾਂ ਤਾਂ ਸੋਚ ਸੁਭਾਅ ਸੰਵਾਰਨਾ ਪਵੇਗਾ। ਮੇਰੇ ਗੁਰੂ ਦੇ ਉਪਦੇਸ਼ਾਂ ਦੇ ਤੀਰ ਸਿੱਧੇ ਸੋਚ ਦੇ ਸੁਭਾਅ ਨੂੰ ਵੱਜਦੇ ਨੇ। ਫਿਰ ਬੇਨਤੀਆਂ ਕਰਦਾ, ਅਰਦਾਸ ਕਰਦਾ, ਇਹ ਨਾਨਕ ਜੀ ਬੇਨਤੀ ਹੈ ਵਾਹਿਗੁਰੂ ਜੀ ਕਿਰਪਾ ਕਰੋ, ਗਿਆਨ ਰੂਪੀ ਨਾਮ ਦੇ ਦਿਓ, ਹਿਰਦੇ 'ਚ ਵਸ ਜਾਵੇ, ਸੁਭਾਅ ਗੁਰਮੁਖ ਬਣ ਜਾਵੇ, ਸੋਚ ਗੁਰਮਤ ਵਾਲੀ ਬਣ ਜਾਵੇ,
ਤੇ ਧਿਆਨ ਰੂਪੀ ਨਾਮ ਦੇ ਦਿਓ ਤਾਂ ਕਿ ਅਡੋਲਤਾ ਵਿੱਚ ਆਨੰਦ ਰਸ ਵਿੱਚ ਜਿਉਣਾ ਆ ਜਾਵੇ। ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਜਿਸ ਵਾਹਿਗੁਰੂ ਜੀ ਦਾ ਟਿਕਾਣਾ, ਜਿਸ ਵਾਹਿਗੁਰੂ ਜੀ ਦਾ ਘਰ ਅਡੋਲ ਹੈ, ਗੁਣ ਉਹਦਾ ਘਰ ਹੈ, ਗੁਣ ਅਡੋਲ ਨੇ, ਜਿਹਦੇ ਕੋਲੇ ਗੁਣ ਆ ਗਏ ਉਹ ਅਡੋਲ ਹੋ ਜਾਂਦਾ ਹੈ। ਬਖਸ਼ਿਸ਼ ਵਾਹਿਗੁਰੂ ਜੀ ਦੀ ਅਡੋਲ ਹੈ, ਬਖਸ਼ਿਸ਼ ਵਾਹਿਗੁਰੂ ਜੀ ਦਾ ਘਰ ਹੈ, ਜਿਹਦੇ ਕੋਲੇ ਬਖਸ਼ਿਸ਼ ਆ ਗਈ ਉਹ ਵੀ ਅਡੋਲ ਹੋ ਜਾਂਦਾ ਹੈ। ਵਾਹਿਗੁਰੂ ਜੀ ਐਸੇ ਵਾਹਿਗੁਰੂ ਪ੍ਰਭੂ ਨਾਲ ਮਿਲਾਪ ਕਰਵਾ ਦਿਓ। ਹੁਣ ਵਾਹਿਗੁਰੂ ਜੀ ਦੇ ਅੱਗੇ ਹੀ ਅਰਦਾਸ ਕੀਤੀ ਹੈ ਤੇ ਵਾਹਿਗੁਰੂ ਦੇ ਮਿਲਾਪ ਵਾਸਤੇ ਹੀ ਮੰਗਿਆ ਗਿਆ। ਮੰਗਿਆ ਕੀ ਗਿਆ? ਵਾਹਿਗੁਰੂ ਜੀ ਰੱਬ ਦਾ ਨਿਚਲ ਧਾਮ ਦੇ ਦਿਓ। ਗੁਰਮੁਖ ਸੁਭਾਅ ਰੱਬ ਦਾ ਘਰ ਹੈ, ਗੁਰਮੁਖ ਸੁਭਾਅ ਵਿੱਚ ਰੱਬ ਨੇ ਬਸਣਾ। ਗੁਰਮਤ ਵਾਲੀ ਸੋਚ ਰੱਬ ਦਾ ਘਰ ਹੈ, ਇਹਦੇ ਵਿੱਚ ਇਸਨੇ ਰੱਬ ਨੇ ਬਸਣਾ, ਰੱਬ ਦੀ ਬਖਸ਼ਿਸ਼ ਨੇ ਬਸਣਾ। ਹੁਣ ਇਹ ਭੂਮਿਕਾ ਬਣ ਦਿੱਤੀ ਸਾਡੇ ਸੋਚ ਤੇ ਸੁਭਾਅ ਦੀ, ਸਾਡੇ ਅੰਦਰਲੇ ਪਿੰਡ ਤੇ ਸ਼ਹਿਰ ਦੀ, ਸਾਡੇ ਅੰਦਰਲੇ ਜੀਵਨ ਦੀ। ਹੁਣ ਇਹਦੀਆਂ 12 ਸਿਚੁਏਸ਼ਨਸ ਦੱਸਣਗੇ। ਇੱਕ ਸਿਚੁਏਸ਼ਨ ਹੈ ਚੇਤਰ ਦੇ ਮਹੀਨੇ ਨਾਲ ਰਿਲੇਟਡ। ਸਾਰੀ ਜ਼ਿੰਦਗੀ ਚੱਲਦੀ ਹੈ। ਇੱਥੇ ਇੱਕ ਗੱਲ ਯਾਦ ਰੱਖਿਓ, ਮਹੀਨਾ ਤਾਂ ਇੱਕ ਵਾਰੀ ਆਇਆ, ਉਹਦੇ ਬਾਅਦ ਸਾਲ ਬਾਅਦ ਆਏਗਾ। 30 ਦਿਨ ਰਹੇਗਾ, 31 ਦਿਨ ਰਹੇਗਾ, ਫਿਰ ਸਾਲ ਬਾਅਦ ਆਏਗਾ। ਪਰ ਜੋ ਇਹਦੇ ਨਾਲ ਰਿਲੇਟਡ ਸਾਡੇ ਸੋਚ ਸੁਭਾਅ ਵਿੱਚ, ਉਹ ਸਾਰੀ ਜ਼ਿੰਦਗੀ ਸਾਡੇ ਨਾਲ ਹੈ। ਪਹਿਲਾ, ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ। ਚੇਤ, ਚੇਤਾ ਸ਼ਕਤੀ। ਚੇਤਾ ਸ਼ਕਤੀ ਵਿੱਚ ਕੀ ਯਾਦ ਆ ਰਿਹਾ? ਪਰਿਵਾਰ, ਕਾਰੋਬਾਰ। ਕਮਾਲ ਦੀ ਬਾਤ ਇਹ ਹੈ ਵੀ ਕਦੀ ਕਿਸੇ ਦੇ 10 ਚੰਗੇ ਕੰਮ ਨੇ, ਇੱਕ ਉਹਦੀ ਭੁੱਲ ਹੈ ਛੋਟੀ ਜੀ, ਉਹ ਚਾਹੇ ਬੋਲਣ 'ਚ ਹੋਗੀ, ਚਾਹੇ ਬਿਹੇਵੀਅਰ 'ਚ ਹੋਗੀ, ਚਾਹੇ ਕੁਛ ਵੀ ਹੋਗੀ, ਸਾਰੀ ਜ਼ਿੰਦਗੀ ਪਤਾ ਨਹੀਂ ਕਿੰਨਾ ਚਿਰ ਉਹਦੇ ਅੰਦਰ ਉਹਦੀ ਯਾਦ ਸ਼ਕਤੀ ਵਿੱਚ ਉਹੀ ਕਮਜ਼ੋਰੀ ਚੱਲਦੀ ਪਈ ਆ। ਚੇਤ ਜਿਹੜਾ ਨਾ ਚੇਤਰ ਕਮਜ਼ੋਰ ਹੈ, ਹੱਦ ਹੋ ਗਈ। ਉਹਨਾਂ ਰੱਬ ਨੂੰ ਨਹੀਂ ਯਾਦ ਕਰ ਰਿਹਾ ਜਿੰਨਾ ਕਿਸੇ ਦੀਆਂ ਕਮਜ਼ੋਰੀਆਂ ਨੂੰ ਯਾਦ ਕਰੀ ਜਾਂਦਾ। ਉਹਨਾਂ ਰੱਬ ਨੂੰ ਆਪਣੀ ਚੇਤਾ ਸ਼ਕਤੀ 'ਚ ਨਹੀਂ ਬਿਠਾਇਆ ਜਿੰਨਾ ਕਿਸੇ ਦੇ ਔਗਣਾਂ ਨੂੰ ਬਿਠਾਈ ਬੈਠਾ ਹੈ। ਇਸੇ ਕਰਕੇ ਸੋਚ ਸੁਭਾਅ ਸੰਵਰਿਆ ਨਹੀਂ। ਤੇ ਸਤਿਗੁਰੂ ਜੀ ਉਸ ਨੂੰ ਸੰਵਾਰਨ ਵਾਸਤੇ ਕਹਿੰਦੇ ਨੇ, ਇਹ ਜਿਹੜਾ ਚੇਤਰ ਹੈ ਨਾ ਸਾਡਾ, ਚੇਤਾ ਸ਼ਕਤੀ, ਇਹਦੇ 'ਚ ਗੋਬਿੰਦ ਦੀ ਆਰਾਧਨਾ ਹੋਵੇ, ਵਾਹਿਗੁਰੂ ਜੀ ਦੀ ਯਾਦ ਹੋਵੇ, ਵਾਹਿਗੁਰੂ ਜੀ ਦੇ ਗੁਣਾਂ ਦੀ ਯਾਦ ਹੋਵੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਚੇਤਾ ਸ਼ਕਤੀ ਵਿੱਚ ਗੁਣ ਬੈਠਣ, ਤਾਂ ਸਾਨੂੰ ਹਰ ਇੱਕ ਵਿੱਚੋਂ ਗੁਣ ਦੇਖਣ ਦੀ ਆਦਤ ਬਣਾਉਣੀ ਪਵੇ। ਹਰ ਇੱਕ ਵਿੱਚ ਹੈਗੇ ਨੇ, ਹਰ ਬੰਦਾ ਕੋਈ ਨਾ ਕੋਈ ਚੰਗੇ ਕੰਮ ਕਰਦਾ ਹੈ। ਉਹਦੇ ਨਾਲ ਕਮਾਲ ਹੀ ਹੋ ਜਾਏਗੀ, ਸਾਡਾ ਨਜ਼ਰੀਆ ਹੀ ਬਦਲ ਜਾਏਗਾ, ਸਾਡੀ ਸੋਚ ਹੀ ਬਦਲ ਜਾਏਗੀ, ਉਹਦੇ 'ਚ ਇੱਕ ਆਨੰਦ ਆਏਗਾ। ਕਿਉਂਕਿ ਗੁਣ ਜਿਹੜੇ ਨੇ ਉਹ ਰੱਬ ਦੀਆਂ ਝਲਕਾਂ ਦਿਖਾਈ ਦਿੰਦੀਆਂ ਨੇ। ਰੱਬ ਗੁਣ ਬਣ ਕੇ ਹੀ ਝਲਕਦਾ ਹੈ। ਜਿੱਥੇ ਜਿੱਥੇ ਵਾਹਿਗੁਰੂ ਜੀ ਦਿਖਾਈ ਦਿੰਦੇ ਨੇ, ਦੀਦਾਰ ਦਿੰਦੇ ਨੇ, ਗੁਣ ਬਣ ਕੇ ਦਿੰਦੇ ਨੇ। ਕੋਇਲ ਦੀ ਮਿੱਠੀ ਬੋਲੀ ਵਿੱਚ ਵੀ ਪਤਾ ਲੱਗਦਾ ਕਿ ਮਿੱਠ ਬੋਲੜੇ ਨੇ। ਆਖੋ ਵਾਹਿਗੁਰੂ ਜੀ ਮਿੱਠ ਬੋਲੜੇ ਨੇ, ਕੋਇਲ ਦੀ ਮਿੱਠੀ ਬੋਲੀ ਯਾਦ ਕਰਵਾ ਦਿੰਦੀ ਹੈ। ਬੜੇ ਵਰਤਾਰੇ ਨੇ, ਅਣਗਿਣਤ ਵਰਤਾਰੇ ਨੇ। ਹਰ ਵਰਤਾਰੇ ਵਿੱਚ ਜੇ ਵਾਹਿਗੁਰੂ ਜੀ ਦੀ ਯਾਦ ਚੇਤਾ ਸ਼ਕਤੀ ਵਿੱਚ ਵਸ ਜਾਵੇ ਤੇ ਹੋਵੇ ਆਨੰਦ ਘਣਾ। ਬਹੁਤ ਆਨੰਦ ਬਣਦਾ। ਇਹ ਪ੍ਰਾਪਤੀ ਕਿੱਥੋਂ ਹੋਵੇ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਗੁਰਸਿੱਖ ਜਦੋਂ ਆਪਸ ਵਿੱਚ ਮਿਲਣ ਨਾ, ਜਿਹੜੀਆਂ ਵਿਚਾਰਾਂ ਕਰਨ, ਉਹ ਵਿਚਾਰਾਂ ਗੁਰੂ ਦੇ ਉਪਦੇਸ਼ਾਂ ਦੀਆਂ ਹੋਣ ਤੇ ਗੁਰੂ ਦੇ ਉਪਦੇਸ਼ ਸਾਡੇ ਸੁਭਾਅ ਤੇ ਸੋਚ ਨਾਲ ਰਿਲੇਟਡ ਨੇ ਤੇ ਸੁਭਾਅ ਤੇ ਸੋਚ ਦੇ ਲੈਵਲ ਦੀਆਂ ਵਿਚਾਰਾਂ ਹੋਣ। ਮਨ ਕਿਸੇ ਦੇ ਇੱਕ ਔਗਣ ਨੂੰ ਦੇਖ ਕੇ ਉਹਦੇ 10 ਗੁਣ ਕਿਵੇਂ ਭੁਲਾ ਦਿੰਦਾ ਹੈ, ਇਸ ਬਾਰੇ ਸਾਡੀਆਂ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ। ਕਿੱਦਾਂ ਫਿਰ ਉਹ ਕਿੰਨਾ ਕਿੰਨਾ ਚਿਰ, ਕਈ ਕਈ ਮਹੀਨੇ ਉਸੇ ਔਗਣ ਨੂੰ ਯਾਦ ਰੱਖ ਕੇ, ਇਹ ਅੰਦਰ ਮੱਤ ਵਿੱਚ ਰੱਖ ਕੇ ਜਿਉਂਦਾ ਮਨ। ਇਹ ਸੋਚ ਸੁਭਾਅ ਦੀਆਂ ਵਿਚਾਰਾਂ ਹੋਣੀਆਂ ਚਾਹੀਦੀਆਂ। ਤੇ ਕਿਹੜੇ ਕਿਹੜੇ ਉਪਦੇਸ਼ ਨੇ ਜਿਹੜੇ ਸਾਨੂੰ ਚੋਟਾਂ ਮਾਰ ਕੇ ਸਾਨੂੰ ਇਹ ਬਿਰਤੀ ਦਿਖਾਉਂਦੇ ਨੇ, ਤੇ ਕਿਵੇਂ ਇਸ ਨੂੰ ਬਦਲਣ ਨੂੰ ਕਿਹੜੇ ਕਿਹੜੇ ਉਪਦੇਸ਼ ਨੇ ਮੇਰੇ ਗੁਰੂ ਪਾਤਸ਼ਾਹ ਦੇ। ਉਹ ਜਦੋਂ ਵਿਚਾਰਾਂ ਕਰਨੀਆਂ, ਰਸਨਾ ਨਾਮ ਭਣਾ, ਤੇ ਅੰਦਰ ਇਸ ਗਿਆਨ ਰੂਪੀ ਨਾਮ ਦੀ ਚਰਚਾ ਕਰਦੇ ਹਾਂ। ਰਸਨਾ ਸੁਰਤ ਜਿਹੜੀ ਹੈ ਨਾ, ਉਹ ਰਸ ਵਿੱਚ ਭਿੱਜੀ ਹੋਵੇ। ਆਖੋ ਵਾਹਿਗੁਰੂ। ਜਿੱਥੇ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਣਗੀਆਂ ਨਾ, ਰੱਬ ਚੇਤੇ ਆਉਂਦਾ, ਰੱਬ ਦੀ ਯਾਦ ਸੌਖੀ ਵਸਦੀ ਹੈ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ। ਜਿਨ੍ਹਾਂ ਨੇ ਫਿਰ ਪ੍ਰਭੂ ਮਿਲਾਪ ਪਾ ਲਿਆ,
ਵਾਹਿਗੁਰੂ ਜੀ ਦੀ ਯਾਦ ਚੇਤਾ ਸ਼ਕਤੀ ਵਿੱਚ ਵਸਦੀ ਹੈ। ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ, ਉਹਨਾਂ ਦਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਉਹਨਾਂ ਨੂੰ ਗਿਣਿਆ ਜਾਂਦਾ ਹੈ ਕਿ ਹਾਂ, ਇਹ ਆਏ ਸੀ, ਜੀਵਨ ਸਫਲ ਕਰਕੇ ਗਏ ਆ ਖੁਆਈ। ਉਹਨਾਂ ਦੇ ਅੰਦਰ ਇੱਕ ਤੜਫ ਹੁੰਦੀ ਹੈ, ਇੱਕ ਖਿਨ ਤਿਸ ਬਿਨ ਜੀਵਨ, ਬਿਰਥਾ ਜਨਮ ਜਾਣਾ। ਰੱਬ ਹਰ ਇੱਕ ਵਿੱਚ ਬੈਠਾ ਹੈ। ਆਪਣੇ ਗੁਣ ਉਹਨੇ ਉਸ ਬੰਦੇ ਅੰਦਰ ਰੱਖੇ ਨੇ, ਉਹ ਗੁਨਾਹ ਕਰਕੇ ਚੰਗੇ ਕੰਮ ਕਰ ਰਿਹਾ ਹੈ। ਅਸੀਂ ਇੱਕ ਕਮਜ਼ੋਰੀ ਨੂੰ ਆਪਣੇ ਅੰਦਰ ਰੱਖ ਕੇ, ਉਹ ਜਿੰਨਾ ਚਿਰ ਉਸ ਕਮਜ਼ੋਰੀ ਵਿੱਚ ਸਾਡਾ ਮਨ ਵਿਚਲਿਤ ਜਿਹਾ ਹੋਈ ਜਾਂਦਾ ਹੈ, ਐਵੇਂ ਚਿੰਤਾ ਦੀ ਪੰਡ ਚੱਕੀ ਬੈਠਾ ਹੈ। ਭੁੱਲ ਗਿਆ ਕਿ ਰੱਬ ਉਹਦੇ ਵਿੱਚ ਵੀ ਹੈ, ਭੁੱਲ ਗਿਆ ਉਹਦੇ ਗੁਣਾਂ ਨੂੰ, ਭੁੱਲ ਗਿਆ ਉਹਦੇ ਕਰਮਾਂ ਨੂੰ। ਇਹਦਾ ਮਤਲਬ ਹਲੇ ਤੜਫ ਨਹੀਂ ਬਣੀ। ਤੜਫ ਤਾਂ ਐਸੀ ਇੱਕ ਛਿਨ ਵੀ ਵਾਹਿਗੁਰੂ ਜੀ ਨੂੰ ਵਿਸਾਰ ਕੇ ਜਿਉਣਾ ਬਿਰਥਾ ਜਾ ਰਿਹਾ। ਜੇ ਸੱਚਮੁੱਚ ਹੀ ਅੰਦਰਲੇ ਚੇਤਰ ਰੂਪੀ ਜੀਵਨ ਨੂੰ ਸੰਵਾਰਨਾ ਹੈ, ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ, ਜਲ ਥਲ ਮਹੀਲ, ਇਹ ਵੀ ਸਿੰਬੋਲਿਕ ਸ਼ਬਦ ਹੈ, ਇਸ਼ਾਰਾ ਹੈ। ਭਾਵ ਹਰ ਥਾਂ ਤੇ, ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਰਵੇ ਹੋਏ ਨੇ। ਭਾਵੇਂ ਜਲ ਹੈ, ਭਾਵੇਂ ਥਲ ਹੈ, ਭਾਵੇਂ ਇਹਨਾਂ ਦੋਨਾਂ ਦੇ ਵਿਚਕਾਰ ਧਰਤੀ ਹੈ, ਤੇ ਭਾਵੇਂ ਜੰਗਲ ਹੈ, ਬਣ ਜੰਗਲ। ਚਾਰ ਸ਼ਬਦ ਵਰਤੇ ਨੇ, ਜਾਲ, ਥਲ, ਮਹੀਲ ਤੇ ਵਣ, ਪਰ ਇਹਦਾ ਇਸ਼ਾਰਾ ਹੈ ਹਰ ਥਾਂ ਤੇ, ਹਰ ਵਰਤਾਰੇ ਵਿੱਚ। ਹੁਣ ਦੁਨੀਆ ਦੇ ਵਰਤਾਰਿਆਂ ਵਿੱਚੋਂ ਕਮਜ਼ੋਰੀ ਚੁੱਕ ਕੇ ਚੇਤਾ ਸ਼ਕਤੀ 'ਚ ਰੱਖਣੀ ਹੈ, ਕਿ ਰੱਬ ਦਾ ਵਰਤਾਰਾ ਰੱਖ ਕੇ ਰੱਬ ਦੀ ਯਾਦ ਚੇਤਾ ਸ਼ਕਤੀ ਵਿੱਚ ਰੱਖਣੀ ਹੈ। ਇਹ ਚੇਤਨਾ ਹੈ ਪਹਿਲੇ ਮਹੀਨੇ ਦੀ। ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ, ਜੇ ਵਾਹਿਗੁਰੂ ਜੀ ਦੀ ਯਾਦ ਅੰਦਰ ਨਾ ਵਸੀ, ਇਹ ਸਭ ਤੋਂ ਵੱਡਾ ਦੁੱਖ ਹੈ। ਆਖੋ ਵਾਹਿਗੁਰੂ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਾਣਾ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਪਿਆਰ ਰਸ ਵਿੱਚ ਜੀਵਨ ਜਿਉਇਆ ਨਾ, ਉਹਨਾਂ ਦੇ ਸੁਭਾਅ ਦੇ ਵਿੱਚ ਗੁਣਾਂ ਵਾਲਾ ਭਾਗ ਵੱਡਾ ਹੈ, ਸੋਝੀ ਵਾਲਾ ਭਾਗ ਵੱਡਾ ਹੈ। ਉਹਨਾਂ ਦੀ ਮੱਤ ਵਿੱਚ ਜਿਹੜੀ ਚੇਤਨਾ ਹੈ ਨਾ, ਉਹ ਭਾਗ ਸਾਡੇ ਨਾਲੋਂ ਵੱਡਾ ਹੈ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਅੰਦਰ ਇੱਕ ਪਿਆਸ ਹੈ, ਮਨ ਲੋਚਦਾ ਹੈ ਵਾਹਿਗੁਰੂ ਜੀ ਦੇ ਦਰਸ਼ਨ। ਕਿਸੇ ਤੋਂ ਬੋਲਦੇ ਤੋਂ ਥੋੜਾ ਬਹੁਤ ਸ਼ਬਦ ਇੱਧਰ ਉੱਧਰ ਬੋਲਿਆ ਗਿਆ, ਮੈਂ ਉਹਦੇ ਨਿੱਕੇ ਜਿਹੇ ਬੋਲ ਨੂੰ ਮਨ ਤੇ ਰਾ ਕੇ ਆਪਣੀ ਚੇਤਾ ਸ਼ਕਤੀ 'ਚ ਕਿਉਂ ਰੱਖਾਂ ਬਈ। ਉਹਦੇ ਬਾਕੀ 10 ਗੁਣ ਨੇ, ਉਹ 10 ਚੰਗੇ ਕੰਮ ਨੇ। ਮੈਂ ਉਹਨਾਂ ਚੰਗੇ ਕੰਮਾਂ ਵਿੱਚੋਂ ਗੁਣਾਂ ਨੂੰ ਆਪਣੀ ਚੇਤਾ ਸ਼ਕਤੀ ਵਿੱਚ ਰੱਖਾਂ ਤੇ ਰੱਬ ਦੀ ਯਾਦ ਅੰਦਰ ਰੱਖਾਂ। ਜੇ ਵਾਹਿਗੁਰੂ ਜੀ ਗੁਣ ਦੂਸਰਿਆਂ ਨੂੰ ਦਿੰਦੇ ਨੇ, ਤੇ ਉਹ ਸਾਨੂੰ ਵੀ ਦੇ ਸਕਦੇ ਨੇ। ਆਖੋ ਹਰ ਵੇਲੇ ਮਨ ਲੋਚਦਾ ਹੋਵੇ, ਯਾਦ ਵਾਹਿਗੁਰੂ ਜੀ ਦੀ ਬਣੇ, ਦਰਸ਼ਨ ਵਾਹਿਗੁਰੂ ਜੀ ਦੇ ਮਹਿਸੂਸ ਹੋਣ, ਸਾਹਸ ਹੋਵੇ ਹਰ ਵੇਲੇ, ਹਰ ਛਿਨ। ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ। ਜਿਹੜੇ ਗੁਰੂ ਸਾਹਿਬ ਨੇ ਵਾਹਿਗੁਰੂ ਜੀ ਦਾ ਮਿਲਾਪ ਕਰਵਾਉਣਾ ਹੈ ਨਾ, ਉਹਨਾਂ ਦੇ ਚਰਨੀ ਲੱਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਗੁਰੂ ਦੇ ਉਪਦੇਸ਼ ਨੇ, ਗੁਰਬਾਣੀ ਦੇ ਗੁਰ ਉਪਦੇਸ਼ ਰੂਪੀ ਚਰਨਾਂ ਦੇ, ਗੁਰ ਸ਼ਬਦ ਰੂਪੀ ਚਰਨ ਦੇ ਚਰਨੀ ਲੱਗਣ ਦੇ ਅਰਥ ਹੈ ਮੰਨਣਾ। ਜੇ ਮੰਨਣ ਦੀ ਭਾਵਨਾ ਜਾਗ ਪਵੇ ਨਾ, ਸੋਚ ਸੁਭਾਅ ਨੂੰ ਸ਼ਿੰਗਾਰਨਾ ਗੁਰੂ ਦੇ ਉਪਦੇਸ਼ ਮੰਨ ਕੇ, ਇਹ ਫਿਰ ਸਾਰੀ ਜ਼ਿੰਦਗੀ ਇੱਕ ਚੇਤਰ ਮਹੀਨਾ ਹੋ ਗਿਆ। ਆਖੋ ਅਗਲਾ ਮਹੀਨਾ, ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਸ਼ੋ ਵੈਸਾਖ। ਵੈਸਾਖ ਦੀ ਵਿਆਖਿਆ ਤੁਖਾਰੀ ਰਾਗ ਵਾਲੀ 12 ਮਾਹਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ। ਵੈਸਾਖ ਸ਼ਾਖਾਂ ਵੇਸ ਕਰੇ। ਵੈਸਾਖ ਦੇ ਮਹੀਨੇ ਵਿੱਚ ਨਵੀਆਂ ਨਵੀਆਂ ਸ਼ਾਖਾਵਾਂ ਫੁੱਟਦੀਆਂ, ਜਿਨ੍ਹਾਂ ਦੇ ਅੰਦਰ ਭਾਵਨਾ ਜਾਗਦੀ ਹੈ ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਣ ਦੀ, ਜਜ਼ਬਾ ਜਾਗਦਾ ਹੈ, ਅੰਦਰ ਲਹਿਰਾਂ ਉੱਠਦੀਆਂ ਨੇ, ਕੰਨਾਂ ਵਿੱਚ ਇੱਕ ਤੜਫ ਹੈ, ਗੁਰੂ ਦੀਆਂ ਬਾਤਾਂ ਸੁਣਾ ਤੇ ਰੱਬ ਦੀ ਯਾਦ ਵਿੱਚ ਜਿਉਣਾ ਆ ਜਾਵੇ, ਗੁਰੂ ਦੇ ਉਪਦੇਸ਼ ਸੁਣਾ ਤੇ ਪਰਉਪਕਾਰੀ ਜੀਵਨ ਜਿਉਣਾ ਆ ਜਾਵੇ। ਉਹ ਜਿਹੜੀਆਂ ਭਾਵਨਾਵਾਂ ਨੇ ਨਾ, ਅੰਦਰ ਸ਼ਾਖਾਵਾਂ ਨਿਕਲ ਰਹੀਆਂ, ਜਿਹਦੇ ਅੰਦਰ ਇਸ ਤਰ੍ਹਾਂ ਦੀਆਂ ਚੰਗੀਆਂ ਸ਼ਾਖਾਵਾਂ ਨਿਕਲਦੀਆਂ ਨੇ, ਤੇ ਰੱਬ ਦਾ ਵਿਛੋੜਾ ਹੋਵੇ ਅੰਦਰ, ਪ੍ਰੇਮ ਵਿਛੋ ਤੇ ਪ੍ਰੇਮ ਦੀ ਅਣਹੋਂਦ ਹੋਵੇ ਵਾਹਿਗੁਰੂ ਦੀ, ਫਿਰ ਕਿੱਥੇ ਸੁੱਖ ਬਸ ਸਕਦਾ। ਵੈਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਉਹਨਾਂ ਦੇ ਅੰਦਰ ਕਿਵੇਂ ਧੀਰਜ ਆਏਗਾ?
ਕਿਉਂਕਿ ਉਹ ਤੇ ਰੱਬ ਦੇ ਮਾਰਗ ਤੇ ਤੁਰਨ ਵਾਲੇ, ਗੁਰੂ ਦੇ ਮਾਰਗ ਤੇ ਤੁਰਨ ਵਾਲੇ, ਭਾਵਨਾ ਤਾਂ ਇਹ ਹੈ ਮੈਂ ਰੱਬ ਦੀ ਬਖਸ਼ਿਸ਼ ਲੈਣੀ ਹੈ, ਭਾਵਨਾ ਤੇ ਇਹ ਹੈ ਮੈਂ ਗੁਰੂ ਦਾ ਪਰਉਪਕਾਰੀ ਗੁਰਸਿੱਖ ਬਣਨਾ ਹੈ, ਭਾਵਨਾ ਤੇ ਇਹ ਹੈ ਮੈਂ ਗੁਰੂ ਦਾ ਉਪਦੇਸ਼ ਮੰਨਣ ਵਾਲਾ ਸਿੱਖ ਬਣਨਾ ਹੈ, ਤੇ ਅੰਦਰ ਪ੍ਰੇਮ ਦੀ ਅਣਹੋਂਦ ਬੈਠੀ ਹੈ। ਸ਼ਾਖਾਵਾਂ ਤਾਂ ਹਰੀਆਂ ਨੇ, ਪਰ ਹਰੀਆਂ ਸ਼ਾਖਾਵਾਂ ਨੂੰ ਜੇ ਪਾਣੀ ਨਾ ਮਿਲੇ ਤਾਂ ਸੁੱਕ ਜਾਂਦੀਆਂ ਨੇ। ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਵਾਹਿਗੁਰੂ ਜੀ ਨਹੀਂ ਦਿਸ ਰਹੇ, ਵਾਹਿਗੁਰੂ ਜੀ ਦੇ ਗੁਣ ਨਹੀਂ ਦਿਸ ਰਹੇ, ਲੋਕਾਂ ਦੇ ਔਗਣ ਦਿਸਦੇ ਨੇ, ਵਰਤਾਰਿਆਂ 'ਚ ਘਾਟਾਂ ਦਿਸਦੀਆਂ ਨੇ। ਐਕਚੁਅਲੀ ਆਪਣੇ ਸੁਭਾਅ ਵਿੱਚ ਘਾਟਾਂ ਨੇ। ਆਪਣਾ ਸੁਭਾਅ ਕੰਪਲੀਟ ਹੁੰਦਾ ਜਾਏਗਾ ਤੇ ਲੋਕਾਂ ਦੇ ਕਮਜ਼ੋਰੀਆਂ ਦਿਸਣੀਆਂ ਇਗਨੋਰ ਕਰਨ ਦੀ ਯੋਗਤਾ ਆਏਗੀ। ਆਖੋ ਵਾਹਿਗੁਰੂ ਜੀ ਨੂੰ ਵਿਸਾਰ ਦਿੱਤਾ। ਰੌਂਗ ਅਟੈਂਸ਼ਨ ਵਾਲੇ ਪਾਸੇ ਖਿੱਚ ਹੋ ਗਈ, ਲੱਗੀ ਮਾਇਆ ਤੋਂ, ਅੰਦਰ ਧੋਖਾ ਹੋ ਗਿਆ। ਖਿੱਚ ਹੋਣੀ ਚਾਹੀਦੀ ਸੀ ਗੁਰੂ ਦੇ, ਵਾਹਿਗੁਰੂ ਜੀ ਦੇ ਗੁਣਾਂ ਵੱਲ, ਹੋ ਗਈ ਲੋਕਾਂ ਦੀਆਂ ਘਾਟਾਂ ਵੱਲ। ਖਿੱਚ ਚਾਹੀਦੀ ਸੀ ਗੁਣਾਂ ਨੂੰ ਦੇਖਣਾ ਤੇ ਗੁਣਾਂ ਦੀ ਚਰਚਾ ਕਰਨੀ, ਖਿੱਚ ਕਿੱਧਰ ਹੋ ਗਈ ਘਾਟਾਂ ਦੇਖਣੀਆਂ ਤੇ ਨਿੰਦਾ ਕਰਨੀ। ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸ਼ੀ ਹੋ। ਤੇਰੇ ਅੰਦਰ ਜਿਹੜੀਆਂ ਸ਼ਾਖਾਵਾਂ ਫੁੱਟੀਆਂ ਨੇ ਨਾ ਰੱਬ ਵਾਲੇ ਪਾਸੇ ਤੁਰਨ ਦੀਆਂ, ਨਾ ਤਾਂ ਤੇਰੀਆਂ ਇਹਨਾਂ ਆਦਤਾਂ ਨੇ ਕੰਮ ਦੇਣਾ, ਤੇ ਨਾ ਪੁੱਤਰ, ਧੀਆਂ, ਪਤਨੀ, ਜੋ ਪਰਿਵਾਰ ਹੈ ਨਾ ਜਿਹਦੇ 'ਚ ਉਲਝਿਆ ਪਿਆ ਤੇ ਸੈਲਫਿਸ਼ ਜੀਵਨ ਜਿਉਂਦਾ ਪਿਆ, ਇਹਨੇ ਇਸ ਪਾਸੇ ਸਾਥ ਨਹੀਂ ਦੇਣਾ। ਇੱਥੇ ਇਹ ਚੀਜ਼ਾਂ ਕੰਮ ਨਹੀਂ ਹੋਣੀਆਂ। ਪਲ 'ਚ ਸਗਲੀ ਮੂਈ, ਝੂਠਾ ਧੰਦਾ ਹੈ ਮੋਹ। ਤੇ ਮੱਤ ਜਿਹੜੀ ਹੈ ਨਾ, ਜਿਹੜੇ ਧੰਦੇ ਕਰ ਰਹੀ ਹੈ ਨਾ ਸੋਚਣ ਦੇ, ਉਹ ਸੈਲਫਿਸ਼ ਹੈ। ਉਹ ਧੰਦਾ ਕਰ ਰਹੀ ਹੈ ਜਿਹਦੇ ਵਿੱਚੋਂ ਔਗਣ ਕਿਸੇ ਦਾ ਤੇ ਮੱਤ ਰੱਖ ਦਿੰਦੀ ਹੈ ਆਪਣੀ ਯਾਦ ਸ਼ਕਤੀ ਵਿੱਚ। ਆਖੋ ਵਾਹਿਗੁਰੂ, ਨਿਕਲਦਾ ਨਹੀਂ ਅੰਦਰੋਂ। ਫਲਾਣੇ ਨੇ ਇਦਾਂ ਕਿਹਾ, ਫਲਾਣੇ ਨੇ ਇਦਾਂ ਕੀਤਾ, ਉਹਨੇ ਇਦਾਂ ਕਿਉਂ ਨਹੀਂ ਕਿਹਾ, ਇਦਾਂ ਕਿਉਂ ਨਹੀਂ ਕੀਤਾ, ਉਹਨੇ ਐਂ ਕਿਉਂ ਕੀਤਾ। ਇਦਾਂ ਦੀ ਪੰਡ ਚੁੱਕ ਕੇ ਪਲ 'ਚ ਸਗਲੀ ਮੂਈ। ਇਹ ਮੱਤ ਜਿਹੜੀ ਹੈ ਨਾ ਖੱਜਲ ਖੁਆਰ ਹੋ ਰਹੀ ਹੈ। ਆਖੋ ਵਾਹਿਗੁਰੂ, ਆਤਮਿਕ ਮੌਤੇ ਦੁਨੀਆ ਮਰ ਰਹੀ ਹੈ ਸਗਲੀ ਮੂਈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋ। ਅੱਗੇ ਖੋਣਾ, ਇਹਨੂੰ ਯਾਦ ਰੱਖਿਓ ਥੋੜਾ। ਇਹਨੂੰ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਇਸੇ ਜੀਵਨ ਨਾਲ ਰੈਲੇਵੈਂਟ ਕਰਕੇ ਦੇਖੀਏ। ਆਪਾਂ ਏਅਰਪੋਰਟ ਤੇ ਜਾਂਦੇ ਹਾਂ, ਕੁਛ ਚੀਜ਼ਾਂ ਜਹਾਜ਼ 'ਚ ਅਲਾਉਡ ਨਹੀਂ ਹੈ। ਫੋਰ ਐਗਜ਼ਾਮਪਲ, ਉਹ ਕਹਿੰਦੇ ਜੀ ਟੁੱਥਪੇਸਟ ਨਹੀਂ ਲਿਜਾ ਸਕਦੇ ਤੁਸੀਂ, ਉਹ ਕਹਿੰਦੇ ਜੀ ਲਿਕੁਇਡ ਨਹੀਂ ਲਿਜਾ ਸਕਦੇ। ਤੇ ਪਤਾ ਨਹੀਂ ਸੀ ਤੇ ਉਹ ਬੈਗ 'ਚ ਪਾ ਲਿਆ। ਬੈਗ 'ਚ ਪਾ ਲਿਆ ਤੇ ਜਦੋਂ ਚੈੱਕ ਕਰਦੇ ਨੇ, ਉਹ ਉੱਥੇ ਰੱਖ ਲੈਂਦੇ ਨੇ ਵੀ ਇਹ ਨਹੀਂ ਜਾ ਸਕਦਾ, ਤੂੰ ਜਾ। ਇਹਨੂੰ ਕਹਿੰਦੇ ਨੇ ਖੋਹ ਲਿਆ। ਆ ਤੇਰੇ ਸੁਭਾਅ ਦੇ ਵਿੱਚ ਕਮਜ਼ੋਰੀਆਂ ਦੇਖਣੀਆਂ, ਨਿੰਦਾ ਕਰਨੀ, ਨਫ਼ਰਤ ਕਰਨੀ, ਆਪਣੇ ਆਪ ਨੂੰ ਚੰਗਾ, ਦੂਸਰੇ ਨੂੰ ਘਟੀਆ ਮੰਨਣਾ। ਪਿਆਰਿਆ, ਇਹ ਜਿਹੜੀਆਂ ਅੰਦਰ ਸ਼ਾਖਾਵਾਂ ਫੁੱਟ ਰਹੀਆਂ ਨੇ ਨਾ ਰੱਬ ਦੀ ਬਖਸ਼ਿਸ਼ ਵੱਲ ਜਾਣ ਦੀਆਂ, ਇਹ ਖੋਹ ਲੈਣੀਆਂ, ਇਹ ਨਹੀਂ ਚੱਲਣੀਆਂ। ਇਹਨਾਂ ਨੇ ਨਹੀਂ ਕੰਮ ਦੇਣਾ। ਹੋਏਗਾ ਕਿ ਵਿਚਲਿਤ ਹੋਇਆ ਹੋਇਆ ਜੀਵਨ ਜਿਉਏਗਾ। ਜਿੰਨੀ ਕੁ ਭਗਤੀ ਕਰੇਗਾ, ਜਿੰਨੀ ਕੁ ਧਰਮ ਦੀ ਕਮਾਈ ਕਰੇਗਾ, ਉਨੀ ਕੁ ਗਵਾ ਲਿਆ ਕਰੇਗਾ ਨਿੰਦਾ ਦੇ ਵਿੱਚ। ਜਿੰਨੀ ਕੁ ਤੈਨੂੰ ਬਖਸ਼ਿਸ਼ ਮਿਲੇਗੀ ਨਫ਼ਰਤ ਵਿੱਚ, ਉਨੀ ਕੁ ਗਵਾ ਲਿਆ ਕਰੇਗਾ। ਇਹਨੂੰ ਜਮ ਜਗਾਤੀ ਲੂਟਾ ਕਹਿੰਦੇ ਨੇ। ਨਤੀਜਾ ਕੀ ਹੋਇਆ? ਦਇਓ ਵਿਸਾਰ ਬਿਗੋਚਣਾ, ਪ੍ਰਭ ਬਿਨ ਅਵਰ ਨਾ ਕੋਏ। ਤੇਰੇ ਅੰਦਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਹਲੇ ਵਸਿਆ ਨਹੀਂ। ਹਰ ਵਰਤਾਰੇ ਵਿੱਚੋਂ ਵਾਹਿਗੁਰੂ ਜੀ ਦੀਆਂ ਝਲਕਾਂ ਦੇਖਣ ਦੀ ਯੋਗਤਾ ਹਲੇ ਆਈ ਨਹੀਂ। ਤੇ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ ਜਿਹੜਾ ਇਸ ਖੱਜਲ ਖੁਆਰੀ ਤੋਂ ਬਚਾ ਸਕੇ, ਕਿਉਂਕਿ ਵਾਹਿਗੁਰੂ ਜੀ ਨੂੰ ਭੁਲਾ ਕੇ ਤਾਂ ਖੱਜਲ ਖੁਆਰੀ ਮਿਲਦੀ ਹੈ। ਹੋਰ ਕੋਈ ਨਹੀਂ ਜਿਹੜਾ ਬਚਾ ਸਕੇ। ਇਸ ਲਈ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਜੋ ਪ੍ਰੀਤਮ ਪਿਆਰੇ ਵਾਹਿਗੁਰੂ ਜੀ ਦੇ ਚਰਨੀ ਲੱਗਦੇ ਨੇ, ਵਾਹਿਗੁਰੂ ਜੀ ਦੇ ਚਰਨ ਵਾਹਿਗੁਰੂ ਜੀ ਦੇ ਗੁਣ ਨੇ। ਚਰਨੀ ਲੱਗਣ ਦੇ 3 ਤਰੀਕੇ ਨੇ। ਜੇ ਗੁਣ ਚਰਨ ਨੇ ਨਾ, ਗੁਣਾਂ ਰੂਪੀ ਚਰਨਾਂ ਨਾਲ ਕਿਵੇਂ ਲੱਗਣਾ ਹੈ? ਇੱਕ ਤੇ ਸੋਚ ਸੁਭਾਅ ਤੇ ਗੁਣ ਲਾਗੂ ਕਰਨੇ ਨੇ ਤੇ ਗੁਣਾਂ ਵਾਲਾ ਜੀਵਨ ਜਿਉਣਾ। ਸ਼ੁਕਰਾਨਾ ਕਰਨਾ ਗੁਣ ਵਾਹਿਗੁਰੂ ਜੀ ਦੇ। ਦੂਸਰਾ, ਪਰਿਵਾਰ ਲਈ ਕਰ ਲਿਆ, ਆਪਣੇ ਲਈ ਕਰ ਲਿਆ, ਕੌਮ ਲਈ ਕਰਨਾ ਹੈ ਕੁਝ। ਗੁਣਾਂ ਨਾਲ ਪਰਉਪਕਾਰ ਕਰਨਾ ਦੂਜਿਆਂ ਦੇ ਭਲੇ ਲਈ। ਸ਼ੁਕਰਾਨਾ ਕਰਨਾ, ਕਿਉਂਕਿ ਭਲੇ ਲਈ ਕਰਨ ਵਾਸਤੇ ਅਡੋਲਤਾ ਚਾਹੀਦੀ ਹੈ। ਉੱਚੇ ਨੀਵੇਂ ਸੁਭਾਵਾਂ ਵਿੱਚੋਂ ਦੀ ਨਿਕਲਣਾ ਪਵੇਗਾ।
ਉਤਰਾਅ ਚੜ੍ਹਾਅ ਜ਼ਿੰਦਗੀ ਦੇ ਆਉਣਗੇ, ਅਪ ਐਂਡ ਡਾਊਨ ਆਉਣਗੇ, ਤੁਰਦੇ ਰਹਿਣਾ ਪਏਗਾ। ਲਗਨ ਚਾਹੀਦੀ, ਜਜ਼ਬਾ ਚਾਹੀਦਾ, ਜਨੂੰਨ ਚਾਹੀਦਾ, ਲਿਵ ਚਾਹੀਦੀ ਹੈ। ਉਹ ਜੋ ਕੁਛ ਵੀ ਚਾਹੀਦਾ ਹੈ, ਉਹ ਵਾਹਿਗੁਰੂ ਜੀ ਨੇ ਦਿੱਤਾ ਹੈ। ਸ਼ੁਕਰ ਕਰਨਾ ਹੈ। ਤੀਸਰਾ, ਚਰਚਾ ਕਰਨੀ ਹੈ ਉਹਨਾਂ ਉਪਦੇਸ਼ਾਂ ਦੀ ਜਿਹੜੇ ਸੋਚ ਸੁਭਾਅ 'ਤੇ ਲਾਗੂ ਹੁੰਦੇ ਨੇ। ਗੁਣਾਂ ਦੀ ਵਡਿਆਈ ਕਰਨੀ ਹੈ, ਰੱਬੀ ਮਾਰਗ ਦੀ, ਗੁਰੂ ਦੇ ਮਾਰਗ ਦੀ, ਗੁਰੂ ਦੀਆਂ ਸਿਫਤਾਂ, ਵਾਹਿਗੁਰੂ ਜੀ ਦੀਆਂ ਸਿਫਤਾਂ। ਇਹ ਚਰਨੀ ਲੱਗਣ ਦਾ ਤਰੀਕਾ ਹੈ। ਇਹਦੇ ਨਾਲ ਨਿਰਮਲ ਸੋਭਾ ਪਤਾ ਕੀ ਹੁੰਦੀ ਹੈ? ਤਿੰਨ ਕੀ ਨਿਰਮਲ ਉਹਨਾਂ ਕੋਲ ਬਖਸ਼ਿਸ਼ ਹੁੰਦੀ ਹੈ। ਉਹ ਬਖਸ਼ਿਸ਼ ਵਾਲੇ ਸੁਭਾਅ ਹੁੰਦੇ ਨੇ ਤੇ ਬਖਸ਼ਿਸ਼ ਵਾਲੇ ਜੀਵਨ ਹੁੰਦੇ ਨੇ। ਉਹਨਾਂ ਦੀ ਸੋਚ ਬਖਸ਼ਿਸ਼ ਭਰੀ ਹੁੰਦੀ ਹੈ। ਇਸ ਲਈ ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। हे ਵਾਹਿਗੁਰੂ ਜੀ, ਤੁਹਾਡਾ ਮਿਲਾਪ ਹੋ ਜਾਵੇ, ਤੁਹਾਡੀ ਬਖਸ਼ਿਸ਼ ਚਾਹੀਦੀ ਹੈ। ਜੋ ਵੀ ਵਰਤਾਰੇ ਦੇਖੀਏ, ਤੁਹਾਡੇ ਗੁਣਾਂ ਨੂੰ ਦੇਖੀਏ ਵਾਹਿਗੁਰੂ ਜੀ, ਗੁਣਾਂ ਨੂੰ ਦੇਖ ਕੇ ਤੁਸੀਂ ਯਾਦ ਰਹੋ। ਵਾਹਿਗੁਰੂ ਜੀ, ਤੁਹਾਡੀਆਂ ਝਲਕਾਂ ਦਿਸਣ। ਜੇ ਕਿਸੇ ਦਾ ਔਗਣ ਦੇਖ ਕੇ ਰੱਬ ਭੁੱਲਦਾ ਹੈ ਤੇ ਫਿਰ ਔਗਣ ਦੇਖ ਕੇ ਖੱਟਿਆ ਕੀ। ਜੇ ਨਿੰਦਾ ਕਰਕੇ ਰੱਬ ਭੁੱਲਦਾ ਹੈ ਤੇ ਰੱਬ ਨਿੰਦਾ ਕਰਕੇ ਖੱਟਿਆ ਕੀ। ਕਿਉਂਕਿ ਪ੍ਰਭੂ ਮਿਲਾਪ ਦੀ ਤੜਫ ਹੋਵੇ ਤਾਂ ਹੀ ਇਹ ਵੈਸਾਖ ਸੁਹਾਵਾ ਬਣੇਗਾ। ਅੰਦਰ ਸ਼ਾਖਾਵਾਂ ਜਿਹੜੀਆਂ ਗੁਰੂ ਪ੍ਰੇਮ ਦੀਆਂ, ਪ੍ਰਭੂ ਪ੍ਰੇਮ ਦੀਆਂ, ਪ੍ਰਭੂ ਖਿੱਚ ਦੀਆਂ ਸ਼ਾਖਾਵਾਂ ਉੱਠ ਰਹੀਆਂ ਨੇ ਨਾ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਸੰਤ ਇੱਕ ਵਚਨ ਹੈ, ਤੱਤੇ ਨੂੰ ਔਂਕੜ ਹੈ। ਇਹ ਗੁਰੂ ਸਾਹਿਬ ਨੇ। ਜੇ ਗੁਰੂ ਮਿਲਾਪ ਹੋ ਜਾਵੇ, ਗੁਰੂ ਦੇ ਉਪਦੇਸ਼ ਚੰਗੇ ਲੱਗਣ, ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਇਹ ਦੂਸਰਾ ਮਹੀਨਾ ਵੈਸਾਖ ਹੈ। ਅਗਲੇ ਮਹੀਨੇ ਦੀ ਵਿਚਾਰ ਅਗਲੇ ਐਪੀਸੋਡ ਵਿੱਚ ਕੱਲ੍ਹ ਨੂੰ ਕਰਾਂਗੇ। ਕੋਸ਼ਿਸ਼ ਕਰੀਏ ਸੁਭਾਅ ਗੁਰਮੁਖ ਬਣੇ, ਸੋਚ ਗੁਰਮਤਿ ਵਾਲੀ ਬਣੇ, ਗੁਰੂ ਦੇ ਉਪਦੇਸ਼ਾਂ ਵਿੱਚੋਂ ਸਿੱਖਣ ਦਾ ਯਤਨ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ।